ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਨਾਲ ਗੁੱਡ ਮਾਰਨਿੰਗ ਵੀ ਕਹਿ ਦੇਵਾਂ, ਕਿਉਂਕਿ ਜਿਹੜੀ ਅਸੀਂ ਅਰਲੀਅਰ ਗੱਲ ਕਰ ਰਹੇ ਸੀਗੇ ਆਰਗੇਨਾਈਜ਼ਰਸ ਦੇ ਨਾਲ, ਉੱਥੇ ਇੱਕ ਗੱਲ ਇਹ ਵੀ ਹੋਈ ਸੀਗੀ ਕਿ ਜਦ ਕੋਈ ਲੋਕਲ ਡਿਸਕਸ਼ਨ ਹੋ ਰਿਹਾ ਹੁੰਦਾ, ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਕਿ ਅੱਜ ਦੇ ਅਤੇ ਪਿਛਲੇ ਸਪੈਸ਼ਲੀ ਐਕਸੈਸ ਜਿਹੜਾ ਮੀਡੀਆ ਦਾ ਦੌਰ ਸ਼ੁਰੂ ਹੋ ਗਿਆ ਬਹੁਤ ਜ਼ਿਆਦਾ, ਇਹ ਸਾਰਾ ਕੁਝ ਗਲੋਬਲੀ ਵੀ ਇੰਟਰਪ੍ਰਟ ਕੀਤਾ ਜਾਂਦਾ। ਸਿਰਫ ਪੋਲੀਟਿਕਸ ਇਜ਼ ਆਲਵੇਜ਼ ਲੋਕਲ, ਬਟ ਜਿਹੜੀਆਂ ਉਹਦੀਆਂ ਡਾਕੂਮੈਂਟੇਸ਼ਨਸ ਹੁੰਦੀਆਂ ਨੇ ਅਤੇ ਜਦ ਪੰਜਾਬ ਜਾਂ ਸਿੱਖਾਂ ਨੂੰ ਸਟੱਡੀ ਕੀਤਾ ਜਾਂਦਾ, ਉੱਥੇ ਫਿਰ ਇਹ ਚੀਜ਼ਾਂ ਪਹੁੰਚਦੀਆਂ ਨੇ ਕਿਸੇ ਨਾ ਕਿਸੇ ਲੈਵਲ 'ਤੇ। ਸਾਨੂੰ ਉਹ ਵੀ ਖਿਆਲ ਰੱਖਣਾ ਚਾਹੀਦਾ ਅਸੀਂ ਲੋਕਲ ਗੱਲ ਕਰ ਰਹੇ ਹਾਂ, ਅਦਰਵਾਈਜ਼ ਸਾਡੀ ਸਟੋਰੀ ਕੁਛ ਹੋਰ ਵੀ ਬਣ ਜਾਂਦੀ ਆ, ਕਿਉਂਕਿ ਨਰੇਸ਼ਨ ਦਾ ਦੌਰ ਆ। ਨੈਰੇਟਿਵ ਕੀ ਆ ਉਹਨੂੰ ਖਿਆਲ ਰੱਖਣਾ ਬਹੁਤ ਜ਼ਰੂਰੀ ਆ। ਅਤੇ ਇੱਥੇ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਬੈਠੇ ਹਾਂ ਸ੍ਰੀ ਗੁਰੂ ਸਿੰਘ ਸਭਾ, ਜਿਹੜਾ ਕੇਂਦਰੀ ਸਿੰਘ ਸਭਾ ਦੇ ਨਾਂ 'ਤੇ। ਹੁਣ ਕੇਂਦਰੀ ਸਿੰਘ ਸਭਾ ਜਿਹੜਾ ਅਦਾਰਾ ਹੈਗਾ, ਉੱਥੇ ਓਬਵੀਅਸਲੀ ਇੱਕ ਸਿੱਖ ਰੈਫਰਮੇਸ਼ਨ ਨਾਲ ਜੁੜਿਆ ਹੋਇਆ, ਜਿਹੜਾ ਇਹ ਡਿਮਾਂਡ ਕਰਦਾ ਹੈਗਾ ਕਿ ਅਸੀਂ ਜਿਹੜੇ ਵੀ ਖਾਨੇ ਵਿੱਚੋਂ ਆ ਰਹੇ ਹਾਂ ਇੱਥੇ, ਉਹਨੂੰ ਰਿਫੋਰਮ ਕਰਨ ਦੀ ਕੋਸ਼ਿਸ਼ ਕਰੀਏ। ਜੇ ਇੰਟਰਨਲ ਰੈਫਰਮੇਸ਼ਨ ਨਹੀਂ ਹੋਊਗੀ ਤਾਂ ਕੁਛ ਨਹੀਂ ਹੋਊ। ਤਾਂ ਅੱਜ ਜਦ ਮੈਂ ਦਰਬਾਰ ਸਾਹਿਬ ਦਾ ਹੁਕਮ ਸੁਣਿਆ, ਮੇਰਾ ਪਰਸਨਲ ਨਿਯਮ ਆ, ਮੈਂ ਕਿਹਾ ਮੈਨੂੰ ਕੀ ਸੇਧ ਦੇ ਰਹੇ ਨੇ ਅੱਜ ਗੁਰੂ ਅਰਜਨ ਸਾਹਿਬ। ਅਤੇ ਉੱਥਾਂ ਨੇ ਉਹਨਾਂ ਦਾ ਜਿਹੜੀ ਲਾਈਨ ਢੁਕਦੀ ਹੈ ਇੱਥੇ, ਉਹ ਸੀ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਪਰਮਾਈ। ਕਿ ਜਿਹੜੀ ਤੁਮਰੀ ਵਰਡ ਹੈ ਨਾ, ਇਹ ਬੜਾ ਪਰਸਨਲ ਹੈਗਾ। ਇਹਨੂੰ ਇੱਕ ਕੋਈ ਪੋਜੀਸ਼ਨਲ ਲੈਵਲ 'ਤੇ ਨਹੀਂ ਦੱਸਿਆ ਗਿਆ। ਜਿਹਦੀ ਕੋਈ ਰਿਲੇਸ਼ਨਸ਼ਿਪ ਹੁੰਦੀ ਹੈ, ਰਿਸ਼ਤਾ ਹੁੰਦਾ, ਉਹ ਇਸ ਤਰ੍ਹਾਂ ਕਹਿ ਸਕਦਾ। ਕਹਿੰਦੇ ਤੇਰੀ ਕਿਰਪਾ ਦੇ ਨਾਲ। ਹੁਣ ਆਪਾਂ ਨੂੰ ਇਹ ਵੀ ਇੰਟਰਪ੍ਰਟ ਕਰਾਂਗੇ, ਜੇ ਸਾਡਾ ਇੱਕ ਪੋਜੀਸ਼ਨਲ ਗੋਡ ਨਹੀਂ ਆ, ਰੱਬ ਨਹੀਂ ਆ, ਇੱਕ ਓਂਕਾਰ ਤਾਂ ਇੱਕ ਰਿਸ਼ਤਾ ਜੋੜਨ ਵਾਲੀ ਗੱਲ ਆ, ਅਤੇ ਉੱਥੇ ਉਹਦੀ ਗ੍ਰੇਸ ਨੂੰ, ਉਹਦੇ ਗੁਰਪ੍ਰਸਾਦ ਨੂੰ ਕਿਵੇਂ ਫੀਲ ਕਰੀਏ, ਉਹਦਾ ਇੱਕ ਪਤਾ ਇਹ ਲੱਗੂ ਕਿ ਤੁਸੀਂ ਉਸ ਦੀ ਗ੍ਰੇਸ 'ਚ ਆ ਗਏ ਹੋ, ਜੇ ਆਪਣਾ ਪ੍ਰਾਈਡ ਛੱਡ ਦੋਗੇ, ਆਪਣਾ ਮਾਣ। ਅੱਜ ਕੱਲ੍ਹ ਅਸੀਂ ਅੰਗਰੇਜ਼ੀ 'ਚ ਵੀ ਇਹ ਕਹਿਣ ਲੱਗੇ ਹਾਂ, ਵੀ ਆਰ ਵੈਰੀ ਪ੍ਰਾਊਡ ਯੂ ਡਿਡ ਦਿਸ। ਇਹ ਬੜੀ ਪ੍ਰੋਬਲਮੈਟਿਕ ਸਟੇਟਮੈਂਟ ਆ। ਉਹ ਪ੍ਰਾਈਡ ਹੀ ਅਸੀਂ ਛੱਡ ਨਹੀਂ ਰਹੇ, ਇਸੇ ਕਰਕੇ ਇਹ ਮੇਲ ਮਿਲਾਪ ਵੀ ਨਹੀਂ ਹੋਣਾ। ਸੋ ਸਾਨੂੰ ਇਹ ਸੇਧ ਦਿੱਤੀ ਜਾ ਰਹੀ ਹੈ ਕਿ ਇੱਕ ਤਾਂ ਅਸੀਂ ਆਪਣਾ ਜਿਹੜਾ ਅਟੈਚਮੈਂਟ ਆ ਇਹਦੇ ਨਾਲ ਜੁੜਿਆ ਹੋਇਆ, ਪ੍ਰਾਈਡ ਦੇ ਨਾਲ, ਉਹ ਛੱਡੀਏ। ਕਹਿੰਦੇ ਫਿਰ ਜਿਹੜੇ ਡਾਊਟਸ ਅਤੇ ਡਿਲੀਜਨਸ ਆਏ ਨੇ ਨਾ ਸਾਡੇ, ਉਹ ਖਤਮ ਹੋਣਗੇ। ਜੇ ਪ੍ਰਾਈਡ ਨਹੀਂ ਛੱਡਿਆ, ਇਹਦੀ ਪੋਸੀਬਿਲਿਟੀ ਹੈ ਨਹੀਂ। ਫਿਰ ਉਹਦੀ ਅਗਲੀ ਲਾਈਨ 'ਚ ਇਹ ਵੀ ਆ ਗਿਆ, ਫਿਰ ਤੁਹਾਨੂੰ ਸਾਰੇ ਹੀ ਜਾਂ ਸਾਰਿਆਂ ਵਿੱਚ ਹੀ ਉਹ ਨਜ਼ਰ ਆਓ। ਅਜੇ ਤਾਂ ਸਿੱਖ ਜਥੇਬੰਦੀਆਂ ਨੂੰ ਵੀ ਨਹੀਂ ਆਉਂਦਾ ਇੱਕ ਦੂਜੇ 'ਚ ਨਜ਼ਰ। ਅਤੇ ਜਦ ਅਸੀਂ ਸਿੱਖੀ ਤੋਂ ਬਾਹਰ ਦੀ ਗੱਲ ਕਰਦੇ ਹਾਂ, ਭਾਵੇਂ ਖੱਬੇ ਪੱਖੀ ਆ ਅਤੇ ਭਾਵੇਂ ਜਿਹੜੀਆਂ ਵੀ ਆਈਡੀਓਲੋਜੀਜ਼ ਨੇ, ਉਹਨਾਂ ਵਿੱਚ ਵੀ ਨਜ਼ਰ ਨਹੀਂ ਆ ਰਿਹਾ। 7.5 ਬਿਲੀਅਨ ਪਾਪੂਲੇਸ਼ਨ ਆ ਵਰਲਡ ਵਿੱਚ ਲੋਕਾਂ ਦੀ। ਸਿੱਖਾਂ ਦੀ 30 ਮਿਲੀਅਨ ਆ। 30 ਮਿਲੀਅਨ ਜੀ ਨੇ ਆਪਸ 'ਚ ਦੇਖ ਪਾ ਰਹੇ। ਪੰਜਾਬ ਦੀ ਜੇ ਤੁਸੀਂ ਗਲੋਬਲ ਪੰਜਾਬ ਵੀ ਲੈ ਲਓਗੇ, ਮੈਂ ਤਾਂ ਕਹਿੰਦਾ 130 ਮਿਲੀਅਨ ਹੋ ਚੁੱਕੀ ਹੈ ਉਹਦੀ। ਇਸ ਪੰਜਾਬ ਦੀ ਤੁਸੀਂ ਕਹਿ ਲਓ ਉਹਦੀ ਰਫਲੀ 1/3 ਰਹਿ ਗਈ ਜਾਂ 1/4 ਰਹਿ ਗਈ। ਇਹ ਇੱਕ ਬਹੁਤ ਵੱਡਾ ਚੈਲੰਜ ਹੈ। ਅਤੇ ਇਹ ਉਹਨਾਂ ਦਾ ਸਟੇਟਮੈਂਟ ਆ, ਇਹ ਫਿਲੋਸੋਫੀਕਲ ਸਟੇਟਮੈਂਟ ਨਹੀਂ ਆ। ਜਿਨ੍ਹਾਂ ਨੇ ਕਰਕੇ ਦਿਖਾਇਆ ਸੀ ਅਤੇ ਜਿਨ੍ਹਾਂ ਨੇ ਲਿਖਿਆ, ਉਹਨਾਂ ਨੇ ਸੈਂਟਰ ਬਣਾਏ ਸੀ ਹਰਿਮੰਦਰ ਸਾਹਿਬ, ਅਤੇ ਕੌਨਸਟੀਟਿਊਸ਼ਨ ਦਿੱਤਾ ਸੀ ਜਿਹਨੂੰ ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਆਖਦੇ ਹਾਂ। ਅਤੇ ਉਹਨਾਂ ਨੂੰ ਪਰਸੀਕਿਊਟ ਐਕਸਟ੍ਰੀਮ ਰਾਈਟ ਕਿਹਾ ਜਾਊ ਜਿਨ੍ਹਾਂ ਨੇ ਕੀਤਾ ਸੀ। ਵਿਚ ਮੀਨਸ ਕਿ ਇਹ ਜਿਹੜਾ ਸਿੱਖਾਂ ਨੂੰ ਖੱਬੇ ਸੱਜੇ, ਲੈਫਟ ਰਾਈਟ ਸੈਂਟਰ ਅਸੀਂ ਅੰਗਰੇਜ਼ੀ 'ਚ ਕਹਿ ਦਿੰਦੇ ਹਾਂ, ਇੱਦਾਂ ਬਾਕਸ ਨਹੀਂ ਕੀਤਾ ਜਾ ਸਕਦਾ। ਉਹ ਪਰਟੀਕੂਲਰ ਨੈਸ਼ਨਲਿਸਟਿਕ ਪੋਲੀਟਿਕਸ ਵਿੱਚ ਆ ਕੇ ਅਸੀਂ ਫਸ ਜਾਂਦੇ ਹਾਂ। ਮੈਂ ਇਸ ਕਰਕੇ ਵੀ ਸਟੇਟਮੈਂਟ ਸ਼ੇਅਰ ਕਰ ਰਿਹਾ ਕਿ ਜਿਹੜੇ ਦੱਸ ਰਹੇ ਨੇ, ਉਹਨਾਂ ਨੂੰ ਤਾਂ ਜਿਵੇਂ ਕਹਿੰਦੇ ਸਟੇਟ ਰਿਲੀਜਨ ਅਤੇ ਸਟੇਟ ਨੇ ਇਕੱਠਾ ਹੋ ਕੇ, ਉਹਨਾਂ ਦੇ ਆਪਣੇ ਪਰਿਵਾਰ ਜਿਹੜੇ ਕੋਲੈਬੋਰੇਟਰਸ ਬਣੇ ਸਟੇਟ ਦੇ ਨਾਲ, ਉਹਨਾਂ ਨੇ ਸ਼ਹੀਦ ਕਰਵਾਇਆ ਸੀ। ਸੋ ਵੀ ਹੈਵ ਟੂ ਅੰਡਰਸਟੈਂਡ ਕਿ ਸਾਡਾ ਥੀਸਸ ਐਕਚੁਅਲੀ ਇਹ ਆ। ਉਸ ਥੀਸਸ ਦੇ ਵਿੱਚ ਮੈਨੂੰ ਅੱਧੇ ਘੰਟੇ ਲਈ ਬੋਲਣ ਲਈ ਕਿਹਾ ਗਿਆ। ਮੈਂ ਉਹਦੇ 'ਚ ਪਹਿਲੀਆਂ ਆਪਣੀਆਂ 2-3 ਅਸੰਪਸ਼ਨਸ ਦੱਸਦਾ ਹਾਂ। ਮੇਰੀ ਪਹਿਲੀ ਅਸੰਪਸ਼ਨ ਇਹ ਆ ਕਿ ਮੈਂ ਕੋਈ ਪਿਛਲੀ ਗੱਲ ਨਹੀਂ ਕਰਨੀ। ਗੁਰਬਾਣੀ ਦਾ ਕਥਨ ਹੈ, ਅਗਾਹੋਂ ਕੋ ਤਰਾਗ। ਜੇ ਅਸੀਂ 75ਵੀਂ ਐਨੀਵਰਸਰੀ ਮਨਾ ਰਹੇ ਹਾਂ ਪਾਰਟੀਸ਼ਨ ਦੀ, ਸਾਡੇ ਲਈ ਤਾਂ ਉਹੀ ਆ ਨਾ, ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ। ਮੈਨੂੰ ਉਹਨੇ ਪੁੱਛਿਆ ਵਿਸ਼ਾ ਕੀ ਹੈ, ਮੈਨੂੰ ਇਹੀ ਲਿਖ ਕੇ ਦਿੱਤਾ। ਮੈਂ ਕਿਹਾ ਟੂਵਰਡ ਸਟਰੋਂਗਰ ਪੰਜਾਬ। ਟੂਵਰਡਸ ਦਾ ਮਤਲਬ ਜੇ ਲੈ ਕੇ ਜਾਣਾ ਉੱਧਰ ਨੂੰ, ਜੇ ਉੱਧਰ ਨੂੰ ਲੈ ਕੇ ਜਾਣਾ। ਕੁਛ ਚੀਜ਼ਾਂ ਮੈਂ ਆਪਣੇ ਅਸੰਪਸ਼ਨਸ ਹੀ ਕਹਾਂਗਾ, ਫਿਰ ਕੁਛ ਰਾਏ ਦੇਵਾਂਗਾ। ਉਹਦੇ 'ਚ ਪਹਿਲੀ ਹੈ ਕਿ ਅਗਲੀ ਗੱਲ ਕਰੋ। ਟਰਾਂਗ ਐਕਚੁਅਲੀ ਹੁੰਦਾ ਲੌਂਗ ਕਰਨਾ। ਇਹ ਬੜਾ ਪੋਇਟਿਕ ਵਰਡ ਆ। ਇਹਨੂੰ ਇਕੱਲਾ
ਵਿਸ਼ਲੇਸ਼ਣ ਜਾਂ ਐਨਾਲਿਟਿਕ ਰੂਪ ਵਿੱਚ ਨਹੀਂ ਸਮਝਿਆ ਜਾ ਸਕਦਾ, ਵਿਚ ਮੀਨਸ ਤੁਹਾਡੀ ਇੱਕ ਪਿਆਸ ਹੋਣੀ ਚਾਹੀਦੀ ਹੈ ਕਰਨ ਲਈ। ਇਹ ਸਿਰਫ ਇੱਦਾਂ ਮੇਰੇ ਵਰਗੇ ਟੁੱਟੇ ਜਿਹੇ ਬੰਦਿਆਂ ਨੂੰ ਬੁਲਾ ਕੇ ਲੈਕਚਰ 'ਚ ਨਹੀਂ ਹੋ ਸਕਦਾ। ਸੋ ਇਟਸ ਅ ਵੈਰੀ ਸੀਰੀਅਸ ਥਿੰਗ ਕਿ ਜੇ ਉਹ ਤਾਂਗ ਹੋਊਗੀ ਅੱਗੇ ਦੇਖਣ ਦੀ, ਅਹੈਡ ਜਾਣ ਦੀ, ਫਿਰ ਉਹਦਾ ਨਾਲ ਲਿਖਤਾ ਕਿ ਮੋਢੇ ਤੋਂ ਪਿੱਛੇ ਮੁੜ ਕੇ ਨਹੀਂ ਦੇਖਣਾ ਫਿਰ, ਵਿਚ ਮੀਨਸ ਕਿ ਪੈਸ ਵਿੱਚ ਜੋ ਹੋਇਆ ਕਿਸੇ ਕਾਰਨ ਹੋਇਆ, ਸਿੱਖ ਸ਼ਬਦਾਵਲੀ ਵਿੱਚ ਉਹਨੂੰ ਹੁਕਮ ਵੀ ਆਖਿਆ ਜਾਂਦਾ, ਉਹਨੂੰ ਐਕਸੈਪਟ ਕਰ ਲਓ। ਜੇ ਨਹੀਂ ਕਰਾਂਗੇ ਇਹ ਤਾਂ ਅਗਲੀ ਗੱਲ ਕਰ ਹੀ ਨਹੀਂ ਸਕਦੇ। ਸੋ ਵੀ ਹੈਵ ਟੂ ਲੁੱਕ ਫਾਰਵਰਡ। ਉਹਦੀ ਇੱਕ ਬੇਸਿਕ ਅਸੰਪਸ਼ਨ ਆ ਕਿ ਪੈਸਟ ਵੱਲ ਬਾਰ-ਬਾਰ ਇਸ਼ਾਰਾ ਨਹੀਂ ਕਰ ਸਕਦੇ, ਸਾਡੇ ਨੂੰ ਇੱਕ ਬੜੀ ਰਿਸਟ੍ਰੇਂਟ ਦਿਖਾਣੀ ਪੈਣੀ ਉਹਦੇ 'ਚ। ਉਸ ਰਿਸਟ੍ਰੇਂਟ ਦੇ ਵਿੱਚ ਫਿਰ ਕੀ ਹੋਊਗਾ, ਮੈਂ ਸੈਕਿੰਡ ਅਸੰਪਸ਼ਨ ਆਪਣੀ ਸ਼ੇਅਰ ਕਰਨਾ ਚਾਹੁੰਦਾ ਕਿ ਮੈਂ ਜੀ ਹੈਗਾ ਆਪਣੇ ਆਪ ਨੂੰ, ਮੈਂ ਕਹਿੰਦਾ ਮੈਂ ਥਰਡ ਪੰਜਾਬ ਤੋਂ ਹਾਂ, ਕਿਉਂਕਿ 47 ਵਿੱਚ ਬਣ ਗਿਆ ਈਸਟ ਤੇ ਵੈਸਟ, ਅਤੇ ਉਸ ਤੋਂ ਬਾਅਦ ਬਣ ਗਿਆ ਇੱਕ ਡਾਇਸਪੋਰਾ ਦਾ। ਡਾਇਸਪੋਰਾ ਦੀ ਜੇ ਪਾਪੂਲੇਸ਼ਨ ਲਈਏ ਉਹ ਵੀ ਗਲੋਬਲੀ ਕਾਫੀ ਵੱਧ ਗਈ ਆ। ਅੰਕੜਿਆਂ ਬਾਰੇ ਸਮਵੇਅਰ ਬਿਟਵੀਨ 130 ਮੰਨੀ ਜਾਂਦੀ ਹੈ, ਐਕਚੁਅਲੀ ਅਰਾਊਂਡ 130 ਟੋਟਲ। ਸੋ 5 ਮਿਲੀਅਨ ਨੇ ਜਾਂ 10 ਮਿਲੀਅਨ ਨੇ ਜਾਂ 20 ਮਿਲੀਅਨ ਨੇ, ਇਹਦਾ ਸਟੈਟਿਸਟੀਕਲ ਐਨਾਲਿਸਿਸ ਕੀਤਾ ਜਾ ਸਕਦਾ। ਬਟ ਦ ਰੀਜ਼ਨ ਆਈ ਐਮ ਸੇਇੰਗ ਕਿ ਮੈਂ ਉਸ ਅਸੰਪਸ਼ਨ ਤੋਂ ਆ ਰਿਹਾ, ਮੇਰਾ ਇੱਕ ਆਪਣਾ ਸਫ਼ਰ ਹੈ ਇਸ ਪੰਜਾਬ ਦੇ ਪ੍ਰਤੀ, ਮੇਰੀ ਇੱਕ ਆਪਣੀ ਆਈਡੈਂਟੀਟੀ ਵਿੱਚੋਂ ਵੀ ਮੈਂ ਲੱਭ ਰਿਹਾ ਕਿ ਕਿਹੜੇ ਪੰਜਾਬ ਨਾਲ ਅਤੇ ਕਿਹੜੀ ਪੰਜਾਬ ਦੀ ਧਾਰਨਾਵਾਂ ਨਾਲ ਜੁੜਿਆ ਹੋਇਆ। ਅਤੇ ਮੈਂ ਇਸ ਕਰਕੇ ਕਹਿ ਰਿਹਾ ਕਿ ਜਿਸ ਪੰਜਾਬ ਦੇ ਵਿੱਚ ਇਹ ਇਸ਼ੂ ਆਪਾਂ ਚੱਕ ਰਹੇ ਹਾਂ, ਇਹ ਤਾਂ ਹੁਣ ਛਾੜ ਵਾਲਾ ਰਹਿ ਗਿਆ। 47 ਵਿੱਚ 2 ਦਰਿਆ ਪਹਿਲਾਂ ਹੀ ਕੱਢਦੇ ਅਤੇ ਉਹਨਾਂ 'ਚੋਂ ਇੱਕ ਝੇਲਾਮਾਂ ਅਤੇ ਇੱਕ ਝਨਾਹ, ਅਤੇ ਝਨਾਹ ਤਾਂ ਲਵ ਸਟੋਰੀਜ਼ ਬਗੈਰ ਕੀਤਾ ਹੀ ਨਹੀਂ ਜਾ ਸਕਦੀ ਗੱਲ। ਆਪਾਂ ਉੱਥੇ ਵੀ ਅਟਕੇ ਹੋਏ ਹਾਂ ਬੜਾ ਜ਼ਬਰਦਸਤ, ਕਿ ਅਸੀਂ ਐਕਚੁਅਲੀ ਤਾਂ 3 ਦਰਿਆ ਦੀ ਗੱਲ ਕਰ ਰਹੇ ਹਾਂ ਹੁਣ। ਅਤੇ ਪਹਿਲਾਂ ਉਸ ਤੋਂ ਜੇ ਜਾਣਾ ਤਾਂ ਸਾਨੂੰ 47 ਤੋਂ ਪਹਿਲਾਂ ਵੀ ਦੇਖਣਾ ਪੈਣਾ ਥੋੜ੍ਹਾ ਜਿਹਾ, ਕਿ ਉਸ ਤੋਂ ਪਹਿਲਾਂ ਸਾਡਾ ਕੀ ਰਵੱਈਆ ਸੀ ਪੋਲੀਟੀਕਲ ਅਲਾਇੰਸਿਸ ਦਾ, ਅਤੇ ਉਸ ਤੋਂ ਬਾਅਦ ਕਿਵੇਂ ਰਿਹਾ 47 ਤੋਂ ਬਾਅਦ ਅਤੇ 66 ਤੋਂ ਬਾਅਦ ਵੀ। ਓਬਵੀਅਸਲੀ 80s ਦੀ ਗੱਲ ਬਹੁਤ ਆਉਂਦੀ ਹੈ, ਪਰ ਉਹਦੇ ਪਿਛੋਕੜ 'ਚ ਕਈ ਗੱਲਾਂ ਹੋਰ ਨੇ। ਸੋ ਸੈਕਿੰਡ ਅਸੰਪਸ਼ਨ ਆਮ ਸੇਇੰਗ ਇਸ ਮੇਰਾ ਬੜਾ ਛੋਟਾ ਪਰਸਪੈਕਟਿਵ ਆ, ਥੋੜ੍ਹਾ ਜਿਹਾ ਥਰਡ ਪੰਜਾਬ ਦਾ ਪਰਸਪੈਕਟਿਵ ਹੈਗਾ, ਅਤੇ ਉਸ ਪਰਸਪੈਕਟਿਵ ਵਿੱਚ ਮੈਂ ਤਾਂ ਅਗਲੀ ਗੱਲ ਦੇਖਣਾ ਚਾਹੁੰਦਾ, ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਜਦ ਸਭ ਘੁੰਮ ਕੇ ਆ ਗਏ ਨਾ, ਉਹ ਕਹਿੰਦੇ ਸੀ ਕਿ ਪੰਜਾਬ ਜਿਹਾ ਦੇਸ਼ ਮੈਨੂੰ ਕਿਤੇ ਹੋਰ ਨਹੀਂ ਲੱਭਿਆ। ਉਸ ਪੰਜਾਬ ਨੂੰ ਉਹ ਘੂਕ ਰਹੇ ਸੀ। ਮੈਂ ਉਸ ਲੈਵਲ 'ਤੇ ਪੰਜਾਬ ਨੂੰ ਦੇਖਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹਦੇ ਵਿੱਚ ਹੁਣ ਖੱਬੇ ਕਹਿਣਾ ਸੱਜੇ ਕਹਿਣਾ, ਉਹਦੇ ਬਾਰੇ ਵੀ ਥੋੜ੍ਹੀ ਅਸੰਪਸ਼ਨਸ ਦੀ ਗੱਲ ਕਰਾਂਗਾ, ਉਹ ਕੀ ਮਤਲਬ ਬਣਦਾ ਫਿਰ ਉਹਦਾ। ਤੀਸਰੀ ਗੱਲ ਹੈਗੀ ਕਿ ਕਿਉਂਕਿ ਮੈਂ ਥਰਡ ਪੰਜਾਬ ਦਾ, ਤੁਸੀਂ ਕਹੋਗੇ ਇਹ ਤਾਂ ਪਰਦੇਸੀ ਬੰਦਾ, ਇਹ ਤਾਂ ਇੱਥੇ ਦਾ ਹੈ ਨਹੀਂ। ਗੱਲ ਠੀਕ ਹੈ ਇਹ, ਬਟ ਇਹ ਗੱਲ ਨਾਲ ਮੈਂ ਇੱਥੇ ਜੋੜਾਂਗਾ ਕਿਉਂਕਿ ਸਿੱਖ ਨਜ਼ਰੀਏ ਤੋਂ ਵੀ ਗੱਲ ਕਰਨੀ ਆ ਕਿ ਗੁਰੂ ਨਾਨਕ ਸਾਹਿਬ ਨੇ ਜਦ ਪਰਦੇਸੀਆਂ ਦੀ ਗੱਲ ਕੀਤੀ ਨਾ, ਉੱਥੇ ਸਿਟੀਜ਼ਨਸ਼ਿਪ ਪਹਿਲਾਂ ਨਹੀਂ ਹੁੰਦੀ ਸੀ। ਪਾਸਪੋਰਟ ਤਾਂ ਰਿਕੁਆਇਰਮੈਂਟ 1970s ਦੇ ਆਏ ਨੇ। ਉੱਥੇ ਇਮੀਗ੍ਰੇਸ਼ਨ ਬਾਰਡਰਸ ਦੀ ਗੱਲ ਨਹੀਂ ਹੁੰਦੀ ਸੀ ਪਹਿਲਾਂ। ਹਾਲਾਂਕਿ ਐਮਪਾਇਰਸ ਕਿੱਥੇ ਖਤਮ ਹੁੰਦੇ ਸੀ, ਕਿੱਥੇ ਜੁੜਦੇ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਈਵਨ ਪਿਛਲੇ 150 ਸਾਲਾਂ ਵਿੱਚ ਜ਼ਿਆਦਾ ਸਟ੍ਰਿਕਟਨੈਸ ਆਈ ਹੈ ਇਹਨਾਂ ਚੀਜ਼ਾਂ ਦੀ। ਉਹਨਾਂ ਦਾ ਨਜ਼ਰੀਆ ਜਦ ਮੈਂ ਦੇਖਦਾ, ਉਹ ਕਹਿੰਦੇ ਨੇ ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰ ਆਇਆ। ਫਿਰ ਕਹਿੰਦੇ ਕਿਸ ਪੈ ਖੋਲੂ ਗੰਠੜੀ ਦੁਖੀ ਪਰ ਆਇਆ। ਕਹਿੰਦੇ ਅਜੇ ਤਾਂ ਮਨ ਪਰਦੇਸੀ ਬਣਿਆ ਹੋਇਆ। ਸਾਡਾ ਮਾਈਂਡ ਸੈਟ, ਸਾਡੀ ਮੈਂਟੈਲਿਟੀ, ਸਾਡੀ ਪੈਰਾਡਾਈਮ ਜਿਹਨੂੰ ਅਸੀਂ ਅੱਜ ਕੱਲ੍ਹ ਆਖ ਦਿੰਦੇ ਹਾਂ, ਉਹ ਕਿਸ ਚੀਜ਼ ਨਾਲ ਜੁੜੀ ਹੋਈ ਆ। ਉਹ ਡਿਸਾਈਡ ਕਰੋ ਕਿ ਤੁਸੀਂ ਪਰਦੇਸੀ ਹੋ ਜਾਂ ਇੱਥੇ ਦੇ ਹੋ। ਦੇਸ਼ ਪੰਜਾਬ ਪੁਰਾਣੀ ਫਰੇਜ਼ ਆ। ਉਹ ਦੇਸ਼ ਪੰਜਾਬ ਨਾਲ ਪਰਦੇਸੀ ਕੌਣ ਆ? ਜਿਹੜਾ ਮੈਂਟਲੀ ਨਹੀਂ ਜੁੜਿਆ ਹੋਇਆ। ਇਹ ਗੱਲ ਵੀ ਸਾਨੂੰ ਨਾਲ ਧਿਆਨ ਰੱਖਣੀ ਪੈਣੀ ਹੈ। ਇਹ ਬਹੁਤ ਵੱਡੀ ਇੱਕ ਰੀਡੈਫੀਨੇਸ਼ਨ ਜਾਂ ਡਿਸਰਪਸ਼ਨ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ। ਇਸ ਡਿਸਰਪਸ਼ਨ ਦੇ ਵਿੱਚ ਜਿਹੜਾ ਮੈਂ ਅਖੀਰਲੀ ਅਸੰਪਸ਼ਨ ਕਹਿਣਾ ਚਾਹਾਂਗਾ ਕਿ ਮੈਂ ਇੱਥੇ ਕਿਸੇ ਫੈਕਸ਼ਨ ਦੀ ਗੱਲ ਨਹੀਂ ਕਰਨ ਆਇਆ, ਕਿਉਂਕਿ ਫੈਕਸ਼ਨਲਿਜ਼ਮ ਪੋਲੀਟਿਕਸ ਜਿੰਨੀ ਲੈਫਟ ਦੀ ਆ, ਨੈਸ਼ਨਲ ਲੈਵਲ 'ਤੇ ਲੈਫਟ ਕੀ ਆ, ਪੰਜਾਬ ਦੇ ਵਿੱਚ ਲੈਫਟ ਕੀ ਆ, ਉਨੀ ਤੁਸੀਂ ਸਿੱਖਾਂ ਬਾਰੇ ਕਹਿ ਸਕਦੇ ਹੋ। ਫੈਕਸ਼ਨਸ ਤਾਂ ਰਹਿੰਦੀਆਂ ਹੀ ਨੇ। ਗੁਰਬਾਣੀ ਵਿੱਚ ਇਹ ਆਈਡੀਆ ਆਇਆ ਕਿ ਤੁਸੀਂ ਫੈਕਸ਼ਨ ਬਣਾਉਣੀ ਕਿਹਦੇ ਨਾਲ ਆ। ਸੋ ਉਹਦੇ 'ਚ ਮੈਂ ਐਗਜ਼ੈਕਟ ਲਾਈਨ ਪੜ੍ਹਨਾ ਚਾਹੁੰਦਾ, ਉਹ ਹੈ ਜਿਨ ਸਿਉ ਧੜੇ ਕਰੈ ਸੋ ਜਾਹੇ। ਜੇ ਤੁਸੀਂ ਫੈਕਸ਼ਨਲ ਪੋਲੀਟਿਕਸ ਖੇਡਣੀ ਆ ਤਾਂ ਜਾਓ। ਦਿਸ ਇਜ਼ ਨਾਟ ਦ ਗੇਮ ਫॉर ਅਸ ਦੈਨ। ਸੋ ਜਿਹੜੇ ਖੇਲ ਰਹੇ ਆ ਥੋੜ੍ਹਾ ਜਿਹਾ ਵਿਚਾਰ ਕਰ ਲਿਓ, ਕਿਉਂਕਿ ਆਪਾਂ ਇੱਥੇ ਰੀਅਲ ਗੱਲ ਕਰਨੀਆਂ ਨੇ, ਇਕੱਲੇ ਪੈਸ ਦੀ ਨਹੀਂ ਕਰਨੀ। ਮੈਂ ਪਹਿਲਾਂ ਅਸੰਪਸ਼ਨ ਕਰ ਚੁੱਕਿਆ ਹਾਂ, ਐਟਲੀਸਟ ਇਨ ਮਾਈ ਕਨਵਰਸੇਸ਼ਨ।
ਸੋ ਜਿਨ੍ਹਾਂ ਨੇ ਧੜੇਬਾਜ਼ੀ ਕਰਨੀ ਹੈ ਕਹਿੰਦੇ ਤੁਸੀਂ ਤਾਂ ਜਾਓ, ਵਿਚ ਸ਼ੁਡ ਟੈਲ ਅਸ ਕਿ ਅਸੀਂ ਕਿਹਦੇ ਨਾਲ ਖੜਨਾ। ਫਿਰ ਉਹਦੇ ਨਾਲ ਇਹ ਵੀ ਕਹਿਤਾ ਝੂਠੇ ਧੜੇ ਕਰੇ ਪਛਤਾਹੇ। ਹੁਣ ਝੂਠ ਲਿਟਰਲੀ ਤਾਂ ਲਾਇਜ਼ ਹੀ ਹੁੰਦੇ ਨੇ ਨਾ। ਹੁਣ ਕਹਿੰਦੇ ਜਿਨ੍ਹਾਂ ਦਾ ਫੈਕਸ਼ਨਲ ਪੋਲੀਟਿਕਸ ਗਰੁੱਪਿਜ਼ਮ ਖੜਿਆ ਹੀ ਝੂਠ ਤੇ ਹੈਗਾ, ਉਹਨਾਂ ਦੀ ਤਾਂ ਫਿਰ ਰਿਪੈਂਟੈਂਸ ਆਊਗੀ। ਆਪਾਂ ਦੇਖ ਹੀ ਰਹੇ ਹਾਂ, ਜੇ ਤੁਸੀਂ ਸੀਰੀਅਸ ਕਿਸੇ ਵੀ ਧੜੇ ਨਾਲ ਗੱਲ ਕਰੋ, ਲੈਫਟ ਤੇ ਸਿੱਖ ਦੀ ਕਰੋ, ਇੰਟਰਨਲ ਗੱਲ ਹੋ ਰਹੀ ਆ ਬਟ ਐਕਸਟਰਨਲ ਨਹੀਂ ਆ ਰਹੀ ਅਜੇ। ਵੀ ਹੈਵ ਟੂ ਐਡਮਿਟ ਟੂ ਸਰਟਨ ਥਿੰਗਸ, ਕਿਉਂਕਿ ਝੂਠ ਤੇ ਖੜੀਆਂ ਨੇ ਬੜੀਆਂ ਚੀਜ਼ਾਂ। ਤੇ ਨਾਲ ਹੀ ਉਹਨਾਂ ਨੇ ਕਹਿਤਾ ਚਲੋ ਇੱਥੇ ਇਵੈਂਚੁਅਲ ਆਨਸਰ ਕੀ ਹੈ, ਉੱਥੇ ਇਵੈਂਚੁਅਲ ਆਨਸਰ ਹੈਗਾ ਹਮ ਹਰਸਿਓ ਧੜਾ ਕੀਆ। ਹੁਣ ਇਹ ਮੈਂ ਥੋੜ੍ਹਾ ਜਿਹਾ ਇੰਟਰਪ੍ਰੀਟ ਕਰਨਾ ਚਾਹਾਂਗਾ, ਕਿਉਂਕਿ ਹਰ ਵਰਡ ਦੀ ਬੜੀ ਮਿਸਅੰਡਰਸਟੈਂਡਿੰਗਸ ਨੇ। ਓਬਵੀਅਸਲੀ ਇਹ ਇੰਡੋਲੋਜੀ ਦਾ ਵਰਡ ਹੈਗਾ। ਇਹਦਾ ਇੱਕ ਮਤਲਬ ਤਾਂ ਹੈਗਾ ਲਾਈਟ ਤੋਂ, ਗਿਆਨ ਤੋਂ। ਇੱਕ ਇਹਦਾ ਮਤਲਬ ਆ ਜਿਹੜਾ ਤੁਹਾਡੇ ਡਰ ਦੂਰ ਕਰਦਾ। ਇੱਕ ਇਹਦਾ ਮਤਲਬ ਆ ਜਿਹਨੂੰ ਮੈਂ ਲਾਈਕ ਕਿਸੇ ਨੇ ਅੰਗਰੇਜ਼ੀ ਜਿਹੜਾ ਤੁਹਾਡਾ ਫੋਰਸ ਬਣਿਆ ਹੋਇਆ। ਸੋ ਜਿਹੜਾ ਹਰ ਥਾਂ ਤੇ ਆ, ਇਹ ਸਾਰੇ ਉਹਦੇ ਮਤਲਬ ਨੇ। ਜੇ ਆਪਾਂ ਚਾਰਾਂ ਨੂੰ ਹੀ ਲੈ ਲਈਏ, ਮਤਲਬ ਅਸੀਂ ਧੜਾ ਕਿਹਦੇ ਨਾਲ ਬਣਾਉਣਾ, ਜਿਹੜਾ ਸਾਡਾ ਡਰ ਦੂਰ ਕਰਦਾ, ਜਿਹੜਾ ਸਾਂਝੀਵਾਲਤਾ ਵੱਲ ਲੈ ਕੇ ਜਾਂਦਾ, ਜਿਹੜਾ ਇੱਕੋ ਲਾਈਟ ਦੀ ਗਾਈਡੈਂਸ ਵਿੱਚ ਲੈ ਕੇ ਜਾ ਰਿਹਾ। ਆਈ ਥਿੰਕ ਦਿਸ ਇਜ਼ ਗੁਰੂ ਗ੍ਰੰਥ ਸਾਹਿਬ ਨੂੰ ਜੇ ਅਸੀਂ ਇਕੱਲਾ ਇੱਕ ਸਕ੍ਰਿਪਚਰਲ ਟੈਕਸਟ ਬਣਾਤਾ ਨਾ, ਫਿਰ ਬੜੀ ਪ੍ਰੋਬਲਮ ਆ। ਉਹ ਬਹੁਤ ਛੋਟਾ ਕਰਨਾ ਹੁੰਦਾ। ਇਹ ਮੈਨੀਫੈਸਟੋ ਹੈ, ਇਹ ਇੱਕ ਕੌਨਸਟੀਟਿਊਸ਼ਨ ਆ, ਇੱਕ ਚਾਰਟਰ ਆ। ਉਹਨੂੰ ਇੰਟਰਪ੍ਰੀਟ ਕਰਨਾ ਪਊ ਸਾਡੀ ਰਿਐਲਿਟੀਜ਼ ਜਿਸ ਨੂੰ ਅਸੀਂ ਕਨਫਰੰਟ ਕਰਨਾ। ਸੋ ਦੀਜ਼ ਆਰ ਮਾਈ ਅਸੰਪਸ਼ਨਸ। ਹੁਣ ਇਹਦੇ ਵਿੱਚ ਮੈਂ ਕੀ ਐਡ ਕਰਾਂਗਾ? ਦੇਖੋ, ਪਹਿਲੀ ਗੱਲ ਹੈ ਕਿ ਕਿਉਂਕਿ ਵਰਡ ਯੂਜ਼ ਕੀਤਾ ਸੀ ਅੰਗਰੇਜ਼ੀ ਵਿੱਚ ਵੀ, ਤੇ ਇੱਥੇ ਲਿਖਿਆ ਵੀ ਆ ਉਹਦਾ ਪੰਜਾਬੀ ਦਾ ਤਰਜਮਾ। ਹੁਣ ਸਿੱਖਸ ਕਹਿਤਾ ਸੀ। ਹੁਣ ਸਿੱਖ ਤੋਂ ਕੀ ਭਾਵ ਹੈ? ਇਹਦੇ ਹੀ ਬੜੇ ਪਵਾੜੇ ਨੇ। ਹੁਣ ਅਸੀਂ ਕੋਈ ਰਿਲੀਜੀਅਸ ਕਨਵਰਸੇਸ਼ਨ ਥੋੜ੍ਹੀ ਕਰਾਂਗੇ ਇੱਥੇ, ਕੋਈ ਮੋਟੀ ਜਿਹੀ ਅੰਡਰਸਟੈਂਡਿੰਗ ਬਣਾਉਣੀ ਪਊ ਨਾ ਕਿ ਵਾਟ ਡੂ ਵੀ ਮੀਨ ਵੈਨ ਵੀ ਸੇ ਸਿੱਖਸ। ਸੋ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਇੱਕ ਅੰਡਰਸਟੈਂਡਿੰਗ ਤਾਂ ਸਾਰੇ ਮੰਨਦੇ ਨੇ, ਲੇਕਿਨ ਥੋੜ੍ਹੀ ਜਿਹੀ ਉਹ ਘਟ ਗਈ ਅੱਜ ਕੱਲ੍ਹ ਵੋਕੈਬਲਰੀ। ਸੋ ਆਈ ਵਾਂਟ ਟੂ ਯੂਜ਼ ਓਰੀਜਨਲ ਵੋਕੈਬਲਰੀਜ਼, ਕਿਉਂਕਿ ਜਦ ਅਸੀਂ ਕੋਈ ਵੀ ਵੋਕੈਬਲਰੀ, ਕੋਈ ਵੀ ਸ਼ਬਦਾਵਲੀ ਯੂਜ਼ ਕਰਦੇ ਹਾਂ, ਉਹਦੀ ਇੱਕ ਆਪਣੀ ਪੋਲੀਟਿਕਸ ਆ। ਐਵਰੀਥਿੰਗ ਇਜ਼ ਪੋਲੀਟੀਕਲ, ਇਹ ਲੈ ਕੇ ਚੱਲੋ। ਦੇਰ ਇਜ਼ ਨਥਿੰਗ ਵਿਚ ਇਜ਼ ਨਾਟ ਪੋਲੀਟੀਕਲ। ਈਵਨ ਤੁਹਾਡੀ ਜਿਹੜੀ ਪਰਸਨਲ ਰਿਲੇਸ਼ਨਸ਼ਿਪ ਹੁੰਦੀ ਹੈ, ਉਹਦੇ 'ਚ ਵੀ ਤੁਹਾਡੀ ਪੋਲੀਟਿਕਸ ਪਲੇ ਕਰ ਰਹੀ ਹੁੰਦੀ ਹੈ। ਸੋ ਉਸ ਵੇਲੇ ਬਾਰੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕਿ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਕੀ ਕਰਨ ਆਏ ਸੀ। ਸਿੱਖਾਂ ਦਾ ਫਿਰ ਉਹੀ ਪਰਪਸ ਬਣਦਾ ਨਾ। ਉੱਥੇ ਲਿਖਿਆ ਉਹ ਤਾਂ ਰਾਜ ਜੋਗ ਕਰਨ ਆਏ ਸੀ। ਰਾਜ ਦਾ ਮਿਨੀਮਮ ਮੀਨਿੰਗ ਹੈਗਾ ਗਵਰਨੈਂਸ, ਤੇ ਜੋਗ ਦਾ ਮਿਨੀਮਮ ਮੀਨਿੰਗ ਹੈਗਾ ਕਿ ਉਹਦੇ ਨਾਲ ਮਿਲਾਪ, ਇੱਕ ਕਨੈਕਸ਼ਨ ਬਣਾਉਣਾ। ਇਹ ਸਾਡੀ ਪੈਰਾਡਾਈਮ ਬਣ ਜਾਂਦੀ ਆ। ਇਸ ਪੈਰਾਡਾਈਮ 'ਚੋਂ ਫਿਰ ਅਸੀਂ ਸਾਡੀ ਮੀਰੀ ਪੀਰੀ ਜਾਂ ਸਾਡੀ ਸਪਿਰਿਚੁਅਲਿਟੀ ਤੇ ਪੋਲੀਟਿਕਸ ਵੀ ਪੈਦਾ ਹੁੰਦੀ ਆ, ਕਿਉਂਕਿ ਰਾਜ ਵਰਡ ਯੂਜ਼ ਹੋ ਗਿਆ। ਸੋ ਯੂ ਵਿਲ ਸੀ ਕਿ ਦਾਇਰਾ ਬਹੁਤ ਵੱਡਾ। ਉੱਥੇ ਇਹ ਨਹੀਂ ਲਿਖਿਆ ਜਿਵੇਂ ਅਸੀਂ ਡਿਸਕਸ ਕਰਦੇ ਹਾਂ ਕਈ ਚੀਜ਼ਾਂ ਨੂੰ, ਕਿਹੜੀ ਪੋਲੀਟੀਕਲ ਆਈਡੀਓਲੋਜੀ ਆ। ਉੱਥੇ ਪੋਲੀਟੀਕਲ ਆਈਡੀਓਲੋਜੀ ਦੀ ਇੱਕ ਪੈਰਾਡਾਈਮ ਤੇ ਸਪਿਰਿਚੁਅਲ ਆਈਡੀਓਲੋਜੀ ਦੀ ਇੱਕ ਪੈਰਾਡਾਈਮ ਦੱਸੀ ਜਾ ਰਹੀ ਆ। ਹੁਣ ਜਦ ਅਸੀਂ ਲੈਫਟ ਵਰਡ ਯੂਜ਼ ਕਰ ਲੈਂਦੇ ਆ, ਇਹਦਾ ਕੀ ਮਤਲਬ ਆ? ਤੁਸੀਂ ਜਿਹੜੀ ਮਰਜ਼ੀ ਡਿਕਸ਼ਨਰੀ ਚੱਕ ਲਓ, ਲਾਰਜੈਸਟ ਲੈਵਲ ਤੇ ਗੱਲ ਕਰਨਾ ਨਾ ਆਪਾਂ, ਚੌੜੇ ਹੋਣਾ। ਜੇ ਅਸੀਂ ਛੋਟੇ ਲੈਵਲ ਤੇ ਗੱਲ ਕਰਾਂਗੇ ਘਸਮਾਣ ਪੈ ਜਾਊਗਾ। ਇਹ ਜੁੜਿਆ ਹੋਇਆ ਦੋ ਚੀਜ਼ਾਂ ਨਾਲ, ਪੈਸੇ ਨਾਲ ਤੇ ਪ੍ਰਾਪਰਟੀ ਦੇ ਨਾਲ, ਕਿ ਇਹਦੀ ਇਕੁਆਲਿਟੀ ਕਿਵੇਂ ਕੀਤੀ ਜਾਵੇ। ਇਗੈਲਿਟੇਰੀਅਨਿਜ਼ਮ ਕਿਹਾ ਜਾਂਦਾ ਜਿਹਨੂੰ। ਉਹਦੀ ਸੋਸ਼ਲ ਇਕੁਆਲਿਟੀ ਕਿਵੇਂ ਪੈਦਾ ਕਰਨੀ ਆ, ਉਹਦੇ ਨਾਲ ਇਹ ਗੱਲ ਜੁੜੀ ਹੋਈ ਆ। ਹੁਣ ਡਿਪੈਂਡਿੰਗ ਔਨ ਕਿਹੜੇ ਦੌਰ ਵਿੱਚ ਇਹਦੀ ਇੰਟਰਪ੍ਰੀਟੇਸ਼ਨ ਹੋਈ ਤੇ ਪ੍ਰੈਕਟਿਸ ਹੋਈ, ਉਹਨੂੰ ਲਿਬਰਲਿਜ਼ਮ ਵੀ ਆਖ ਦਿੱਤਾ ਜਾਂਦਾ, ਸੋਸ਼ਲਿਜ਼ਮ ਵੀ ਆਖ ਦਿੱਤਾ ਜਾਂਦਾ, ਪ੍ਰੋਗਰੈਸਿਵਿਜ਼ਮ ਵੀ ਆਖ ਦਿੱਤਾ ਜਾਂਦਾ। ਬਟ ਦੋਨੋਂ ਆਈਡੀਅਲਸ, ਜਿਹੜਾ ਸਿੱਖ ਆਈਡੀਅਲ ਆ ਤੇ ਲੈਫਟ ਆਈਡੀਅਲ ਆ, ਤੁਹਾਨੂੰ ਪਤਾ ਉਹਨਾਂ ਦੇ ਜਿਹੜੇ ਪ੍ਰੈਕਟੀਸ਼ਨਰਸ ਨੇ, ਉਹਨਾਂ ਦੇ ਜਿਹੜੇ ਇੰਟਰਪ੍ਰੀਟਰਸ ਨੇ, ਉਹ ਆਈਡੀਅਲ ਦੇ ਨੇੜੇ ਤੇੜੇ ਨਹੀਂ ਜਾ ਪਾਉਂਦੇ। ਆਈ ਮੀਨ Tito will turn over in his grave if he saw what happened in China. So similarly, ਗੁਰੂ ਨਾਨਕ ਸਾਹਿਬ ਜੀ ਇੱਥੇ ਆ ਜਾਣ, ਸਾਨੂੰ ਵੀ ਪਹਿਲਾਂ ਛਿੱਤਰ ਮਾਰਨਗੇ ਜੇ ਅਸੀਂ ਕਹਿੰਦੇ ਹਾਂ ਸਿੱਖ ਹੈਗੇ ਆ। ਸੋ ਆਈਡੀਅਲਸ ਦੇ ਨੇੜੇ ਕੋਈ ਵੀ ਨਹੀਂ ਹੈਗਾ, ਉਹਦੀ ਵਿਸਿਨਿਟੀ ਵਿੱਚ ਜਾਣਾ ਸਾਡਾ ਪਰਪਸ ਹੁੰਦਾ। ਸੋ ਜਦ ਅਸੀਂ ਲੈਫਟ ਵਰਡ ਯੂਜ਼ ਕਰ ਰਹੇ ਹਾਂ, ਪੰਜਾਬ ਦੇ ਇੱਕ ਖੇਤਰ ਵਿੱਚ ਦਾ ਕੀ ਮੀਨਿੰਗ ਬਣ ਗਿਆ ਇੰਨਾ ਨਾ ਰੱਖੀਏ ਉਹਨੂੰ ਇਕੱਲਾ। ਉਹ ਤਾਂ ਸਾਨੂੰ ਰਿਐਲਿਟੀ ਦਾ ਪਤਾ। ਅਸੀਂ ਲੈਫਟ ਨੂੰ ਲਾਰਜੈਸਟ ਲੈਵਲ ਤੇ ਦੇਖੀਏ, ਉੱਥੇ ਫਿਰ ਸਾਡੀ ਜਿਹੜੀ ਰਿਲੇਸ਼ਨਸ਼ਿਪ ਹੈਗੀ ਆ ਜਾਂ ਸਾਡੀ ਜਿਹੜੀ ਅੰਡਰਸਟੈਂਡਿੰਗ ਆ ਬਣ ਸਕਦੀ ਆ। ਕਿਉਂਕਿ ਸਿੱਖ ਥੀਸਿਸ ਕੀ ਹੈਗਾ? ਸਰਦਾਰ ਜਗਜੀਤ ਸਿੰਘ ਦੀ ਸਿੱਖ ਇਨਕਲਾਬ ਕਿਤਾਬ ਵੀ ਆ, ਸਿੱਖ ਰੈਵੋਲੂਸ਼ਨ ਵੀ ਆ। ਉਹਨਾਂ ਨੇ ਪਹਿਲਾਂ ਲਿਖਿਆ ਹੀ ਹੈ ਟੂ ਐਸਟੈਬਲਿਸ਼ ਐਗੈਲਿਟੇਰੀਅਨ ਸੋਸਾਇਟੀ। ਇਨਫੈਕਟ ਸਿੱਖਾਂ ਦੀ ਪੋਲੀਟਿਕਸ ਪਹਿਲੇ ਦਿਨ ਤੋਂ ਹੀ ਇਹ ਰਹੀ ਆ। ਸੋ ਵੀ ਹੈਵ ਟੂ ਲੁੱਕ ਐਟ ਅ ਲਾਰਜੈਸਟ ਲੈਵਲ, ਸਾਡੀ ਰਿਲੇਸ਼ਨਸ਼ਿਪ ਕਿੱਥੇ ਖੜਦੀ ਆ। ਇੱਕ ਪਰਟੀਕੂਲਰ ਫੈਕਸ਼ਨ ਦੀ, ਜਥੇਬੰਦੀ ਦਾ ਆਈਡੀਓਲੌਗ ਜਾਂ ਵਕਤਾ ਜਾਂ ਇੱਕ ਟ੍ਰੇਡ ਯੂਨੀਅਨ ਦਾ ਜਾਂ ਇੱਕ ਪ੍ਰਚਾਰਕ ਦਾ ਸਟੇਟਮੈਂਟ ਲੈ ਕੇ ਅਸੀਂ ਗੱਲ ਨਹੀਂ ਕਰ ਸਕਦੇ। ਉਹ ਬਹੁਤ ਛੋਟਾ ਰੂਪ ਹੈ ਉਹਦਾ।
ਥਰਡ ਗੱਲ ਹੈਗੀ ਰੈਕਨਸੀਲੀਏਸ਼ਨ ਵਰਡ। ਅਸੀਂ ਮੇਲ ਮਿਲਾਪ ਰੈਕਨਸੀਲੀਏਸ਼ਨ ਲਈ ਲਿਖਿਆ। ਹੁਣ ਰੈਕਨਸੀਲੀਏਸ਼ਨ ਦੀ ਆਪਣੀਆਂ ਅਸੰਪਸ਼ਨਸ ਨੇ। ਰੈਕਨਸੀਲੀਏਸ਼ਨ ਹੁੰਦੀ ਕਿਵੇਂ ਆ? ਮਿਨੀਮਮ ਉਹਦਾ ਮੀਨਿੰਗ ਆ ਕਿ ਕੋਈ ਫਰੈਂਡਲੀ ਰਿਲੇਸ਼ਨ ਹੋਣਾ। ਹੁਣ ਫਰੈਂਡਲੀ ਰਿਲੇਸ਼ਨ ਕਰਨ ਲਈ ਤਿਆਰ ਹਾਂ ਅਸੀਂ, ਪਹਿਲਾਂ ਤਾਂ ਇਹ ਕੁਐਸਚਨ ਉਠਾਉਣਾ। ਫਰੈਂਡਲੀ ਰਿਲੇਸ਼ਨਸ਼ਿਪ ਬੋਲ ਕੇ ਨਹੀਂ ਹੁੰਦੇ, ਤੁਸੀਂ ਡੈਮੋਨਸਟ੍ਰੇਟ ਕੀ ਕਰ ਰਹੇ ਹੋ ਉੱਥੋਂ ਹੁੰਦੇ ਨੇ। ਉਹਦੇ ਵਿੱਚ ਕੀ ਡੈਮੋਨਸਟ੍ਰੇਟ ਕੀਤਾ ਜਾਂਦਾ? ਦੇਖੋ ਉਹਦੇ ਵਿੱਚ ਜੈਨੋਸਾਈਡਸ ਦੇ ਬਾਰੇ ਵੀ ਇਹ ਵਰਡ ਯੂਜ਼ ਹੋ ਰਿਹਾ, ਕਿਉਂਕਿ ਸਾਡੀ ਪੋਲੀਟੀਕਲ ਵਾਇਲੈਂਸ ਵੀ ਹੋਈ ਹੈ ਪੰਜਾਬ ਦੇ ਵਿੱਚ। ਇਹ ਦੋ ਫੈਕਸ਼ਨਸ ਦੇ ਵਿੱਚ ਸਾਨੂੰ ਵੀ ਅਪਲਾਈ ਕਰਨਾ ਪਊ, ਵਿਚ ਮੀਨਸ ਕਿ ਜਿੱਥੇ ਕੋਈ ਸਰਚ ਹੁੰਦੀ ਹੈ ਟਰੂਥ ਲਈ। ਆਈ ਹੈਵ ਬਿਨ ਸਮਵਟ ਬਿਨ ਵਿਜ਼ਿਟਿੰਗ ਇਹ ਪੰਜਾਬ 97 ਦਾ, ਅਤੇ ਉਹ ਸਰਚ ਮੈਂ ਇੰਡੀਵਿਜੂਅਲ ਕਨਵਰਸੇਸ਼ਨ ਵਿੱਚ ਜ਼ਰੂਰ ਸੁਣੀ ਆ, ਬਟ ਅਜੇ ਪਬਲਿਕ ਫੋਰਮਸ 'ਤੇ ਜੈਨੂਅਨ ਰੂਪ ਵਿੱਚ ਨਹੀਂ ਆ ਰਹੀ। ਇਹਦੇ ਬਾਰੇ ਸਾਨੂੰ ਸੋਚਣਾ ਪਊ। ਰੈਕਨਸੀਲੀਏਸ਼ਨ ਦਾ ਰਿਕੁਆਇਰਮੈਂਟ ਹੈਗਾ ਕਿ ਵਾਟ ਇਜ਼ ਦ ਟਰੂਥ। ਸੈਕਿੰਡ ਉਹਦੀ ਗੱਲ ਹੈਗੀ ਕਿ ਜਸਟਿਸ, ਨਿਆਂ ਅਸੀਂ ਆਪਣੇ ਪ੍ਰਤੀ ਕਿਵੇਂ ਕਰਨਾ, ਅਤੇ ਜਿਨ੍ਹਾਂ ਪ੍ਰਤੀ ਵਾਇਲੈਂਸ ਕ੍ਰੀਏਟ ਕੀਤੀ ਆ ਉਹਨਾਂ ਦੇ ਪ੍ਰਤੀ ਵੀ ਕਿਵੇਂ ਕਰਨਾ। ਸਟੇਟ ਤੋਂ ਨਹੀਂ ਤੁਸੀਂ ਇਹ ਮੰਗ ਸਕਦੇ। ਇਹ ਦੋਨੋਂ ਧਿਰਾਂ ਸਟੇਟ ਤੋਂ ਤਾਂ ਮੰਗਦੀਆਂ ਨਹੀਂ, ਹਾਂ ਵਕਤੀ ਤੌਰ 'ਤੇ ਕਈ ਵਾਰ ਚਲੀ ਜਾਂਦੀਆਂ ਨੇ ਸਟੇਟ ਦੇ ਨਾਲ, ਉਹ ਡਿਫਰੈਂਟ ਇਸ਼ੂ ਆ ਵਕਤੀ ਤੌਰ 'ਤੇ ਕੀ ਹੁੰਦਾ। ਬਟ ਜਸਟਿਸ ਦੀ ਅਸੀਂ ਨਿਆਂ, ਸਾਡੀ ਨਿਆਂ ਪ੍ਰਣਾਲੀ ਕੀ ਹੈ ਇਸ ਚੀਜ਼ ਪ੍ਰਤੀ। ਅਤੇ ਇੱਥੇ ਮੈਂ ਇੱਕ ਹੋਰ ਗੁਰਬਾਣੀ ਦਾ ਲੈ ਕੇ ਆਵਾਂਗਾ, ਵਿਚ ਮਾਈ ਓਪੀਨੀਅਨ ਇਜ਼ ਵੈਰੀ ਬਿਗ। ਐਂਡ ਰੈਕਨਸੀਲੀਏਸ਼ਨ ਥਿਊਰੀ ਜਿਹੜੀਆਂ ਲਿਖੀਆਂ ਗਈਆਂ ਉਹਦੇ 'ਚ ਬਹੁਤ ਵੱਡੀ ਗੱਲ ਆ ਕਿ ਫੋਰਗਿਵਨੈਸ ਉਹਦਾ ਇੱਕ ਬਹੁਤ ਵੱਡਾ ਹਿੱਸਾ ਹੈ। ਸਾਡੇ ਲਈ ਗੁਰੂ ਗ੍ਰੰਥ ਸਾਹਿਬ 'ਚ ਆਇਆ ਕਿ ਜਿਹੜਾ ਗਿਆਨ ਆ ਨਾ ਉਹ ਧਰਮ ਆ। ਇਹ ਜਿਹੜੀ ਅੱਜ ਕੱਲ੍ਹ ਦੀਆਂ ਧਾਰਮਿਕ ਨੈਸ਼ਨਲਿਸਟਿਕ ਥਿਊਰੀ ਬਣ ਗਈਆਂ ਨੇ ਨਾ, ਉਹਦੇ ਵੱਲ ਨਾ ਚਲੇ ਜੇ। ਧਰਮ ਦਾ ਮਤਲਬ ਪ੍ਰਿੰਸੀਪਲ ਆ, ਧਰਮ ਦਾ ਮਤਲਬ ਤੁਸੀਂ ਰਿਲੀਜਨ ਵੀ ਜੇ ਲੈਣਾ ਲੈ ਲਓ, ਉਹ ਤਾਂ ਛੋਟਾ ਰੂਪ ਆ ਉਹਦਾ ਧਰਮ ਦਾ। ਬਟ ਫਿਰ ਵੀ ਭਗਤ ਕਬੀਰ ਜੀ ਨੇ ਗੁਰੂ ਗ੍ਰੰਥ ਸਾਹਿਬ 'ਚ ਲਿਖਤਾ ਕਿ ਗਿਆਨ ਸਾਡਾ ਧਰਮ ਆ, ਅਤੇ ਝੂਠ ਬੋਲਣਾ ਸਾਡਾ ਪਾਪ ਆ। ਅਸੀਂ ਉੱਦਾਂ ਹੀ ਪਾਪ ਪਤਾ ਨਹੀਂ ਕੀ ਬਣਾਈ ਜਾਂਦੇ ਆਪਣੀ ਮਰਜ਼ੀਆਂ ਨਾਲ। ਕਹਿੰਦੇ ਜਦੋਂ ਝੂਠ ਬੋਲਿਆ ਉਹ ਪਾਪ ਆ। ਉਹਦੇ ਨਾਲ ਫਿਰ ਲਿਖਿਆ ਹੈਗਾ ਕਿ ਤੁਹਾਡੀ ਡੈਥ ਕੀ ਆ, ਤੁਹਾਡੀ ਮੌਤ ਕੀ ਆ, ਤੁਹਾਡਾ ਕਾਲ ਕੀ ਆ। ਕਹਿੰਦੇ ਜਦ ਗਰੀਡੀ ਹੋ ਗਏ। ਸੋ ਸਾਡੀ ਡੈਥ ਹੋ ਜਾਂਦੀ ਹੈ ਰਿਲੇਸ਼ਨਸ਼ਿਪ ਦੀ ਜਿੱਦਣ ਗਰੀਡ ਆ ਜਾਂਦੀ ਹੈ। ਅਤੇ ਉਹਦੇ ਨਾਲ ਫਿਰ ਅਖੀਰਲੀ ਲਾਈਨ ਲਿਖੀ ਆ, ਜਹਾਂ ਖਿਮਾ ਤਹਾਂ ਆਪ। ਕਹਿੰਦੇ ਜਿੱਥੇ ਫੋਰਗਿਵਨੈਸ ਪ੍ਰੈਕਟਿਸ ਕਰ ਲਈ, ਉਹ ਫਿਰ ਇੱਕ ਓਅੰਕਾਰ ਹਰ ਆ ਗਿਆ ਉਸ ਰਿਲੇਸ਼ਨਸ਼ਿਪ 'ਚ। ਵਿਚ ਮੀਨਸ ਕਿ ਸਾਡਾ ਆਈਡੀਅਲ ਇਹ ਆ ਫੋਰਗਿਵਨੈਸ ਵੱਲ ਜਾਣਾ ਪੈਣਾ। ਰੈਕਨਸੀਲੀਏਸ਼ਨ ਥਿਊਰੀ ਸਾਰੀਆਂ ਹੀ ਮੰਨ ਰਹੀਆਂ ਨੇ ਕਿ ਵੀ ਹੈਵ ਟੂ ਗੋ ਟੂਵਰਡਸ ਦੈਟ ਡਾਇਰੈਕਸ਼ਨ। ਫੋਰਗਿਵਨੈਸ ਪ੍ਰੈਕਟਿਸ ਕਰਨ ਲਈ ਤੁਹਾਨੂੰ ਆਪਣੇ ਆਪ ਨੂੰ ਚੌੜਾ ਕਰਨਾ ਪੈਣਾ। ਇੱਦਾਂ ਦੀਆਂ ਚੀਜ਼ਾਂ ਨੇ। ਹੁਣ ਇਹ ਮੈਂ ਕੁਛ ਅਸੰਪਸ਼ਨਸ ਅਤੇ ਡੈਫੀਨੇਸ਼ਨਲ ਗੱਲ ਕੀਤੀ। ਹੁਣ ਇੱਥੇ ਥੋੜ੍ਹੀ ਜਿਹੀ ਪ੍ਰੈਕਟੀਕਲ ਗੱਲ ਕਰੀਏ ਉਸ ਐਂਗਲ ਤੋਂ, ਜਿਹੜੇ ਮੈਨੂੰ ਲੱਗਦਾ ਸਾਨੂੰ ਚੌੜਾ ਕਰਦੇ ਨੇ, ਕਿਉਂਕਿ ਹਰ ਸਟੇਟਮੈਂਟ ਚੌੜਾ ਨਹੀਂ ਕਰਦਾ, ਮੋਸਟਲੀ ਰਿਸਟ੍ਰਿਕਟ ਕਰਦੇ ਨੇ ਜਾਂ ਕੰਸਟ੍ਰਿਕਟ ਕਰਦੇ ਨੇ। ਦੇਖੋ ਪ੍ਰੋਫੈਸਰ ਪੂਰਨ ਸਿੰਘ ਨੂੰ ਕੋਈ ਕੰਪਲੈਕਸ ਨਹੀਂ ਸੀ ਕਿ ਉਹਨਾਂ ਨੇ ਲਿਖਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਾਮਰੇਡਸ ਖੜੇ ਕੀਤੇ ਪੰਜਾਬ 'ਚ। ਇਹ ਵਰਡ ਆ ਉਹਨਾਂ ਦਾ ਸਟੇਟਮੈਂਟ। ਇਨਫੈਕਟ ਆਲ ਰੀਡ ਯੂ ਦ ਹੋਲ ਥਿੰਗ। ਗੁਰੂ ਗੋਬਿnd ਸਿੰਘ was neither a Caesar nor an Aurangzeb. He was the true king of the people and a comrade of the people in the truest representative spirit. ਇਹ ਅਸੀਂ ਕਿਉਂ ਇਹਨੂੰ ਗਾਲ ਵਾਂਗੂ ਬਣਾ ਲਿਆ? ਫਿਰ ਸਿੱਖ ਤਬਕੇ ਵਿੱਚ ਜਦ ਇਹ ਵਰਡ ਯੂਜ਼ ਹੁੰਦਾ ਗਾਲ ਵਾਂਗੂ ਯੂਜ਼ ਹੁੰਦਾ ਨਾ। ਇਹ ਤਾਂ ਕੰਪੈਨੀਅਨਸ਼ਿਪ ਸੀਗੀ। ਇਹਦਾ ਆਪੋਜ਼ਿਟ ਰੂਪ ਵੀ ਦਿਖਦਾ ਕਿ ਜਦ ਖਾਲਸਾ ਵਰਡ ਕੋਈ ਯੂਜ਼ ਕਰ ਰਿਹਾ, ਸਿੱਖ ਵਰਡ ਯੂਜ਼ ਕਰ ਰਿਹਾ, ਡਿਪੈਂਡਿੰਗ ਔਨ ਕਿਹੜਾ ਤਬਕਾ ਕਹਿ ਰਿਹਾ, ਉਹ ਵੀ ਗਾਲ ਹੀ ਲੱਗਦੀ ਹੈ ਸੁਣਨ ਨੂੰ। ਬੜੇ ਕੰਪਲੈਕਸ ਹੈਗੇ ਸਾਡੇ, ਕਿਉਂਕਿ ਅਸੀਂ ਉਹਨੂੰ ਛੋਟਾ ਕਰ ਲਿਆ ਦਾਇਰੇ ਨੂੰ ਵੱਡਾ ਕਰਨ ਲਈ ਕਾਮਰੇਡ ਵਰਡ ਤੋਂ ਸਾਨੂੰ ਨਾ ਝਿਜਕਣਾ ਚਾਹੀਦਾ, ਨਾ ਨਫ਼ਰਤ ਕਰਨੀ ਚਾਹੀਦੀ ਆ। ਜੇ ਉਹ ਵਰਡ ਹਾਈਜੈਕ ਹੋ ਚੁੱਕਿਆ ਜਾਂ ਉਹਦੀ ਮਿਸਇੰਟਰਪ੍ਰੀਟੇਸ਼ਨ ਹੋਈ ਹੈ ਤੁਹਾਡੇ ਗਰੁੱਪ ਵਿੱਚ, ਤੁਸੀਂ ਕਿਉਂ ਇੰਨੇ ਕੰਪਲੈਕਸ ਚਾਹ ਰਹੇ ਹੋ? ਵੀ ਸ਼ੁੱਡ ਨਾਟ ਬੀ ਇਨ ਦ ਕੰਪਲੈਕਸ। ਇਟਸ ਅ ਪੋਜ਼ਿਟਿਵ ਵਰਡ। ਇਹ ਤਾਂ ਇੱਕ ਰਿਲੇਸ਼ਨਸ਼ਿਪ ਦੇ ਵਿੱਚੋਂ ਜਿਹੜਾ ਹਮਸਫਰੀ ਬਣਦਾ ਉਹ ਹੈਗਾ। ਹੁਣ ਇਹਦਾ ਦੂਸਰੀ ਸਾਈਡ ਦੇਖੀਏ, ਕਾਰਲ ਮਾਰਕਸ ਨੂੰ ਬੜਾ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈਗਾ। ਓਪੀਅਮ ਆਫ ਦ ਮੈਸਸ ਕਰ ਕਰਕੇ ਉਹਦਾ ਬੁਰਾ ਹਾਲ ਕਰਤਾ ਉਸ ਫਰੇਜ਼ ਦਾ। ਮੇ ਬੀ ਇਟਸ ਮਿਸਅੰਡਰਸਟੂਡ, ਬਟ ਲੈਟਸ ਟਾਕ ਅਬਾਊਟ ਦੈਟ ਵਾਟ ਹੀ ਹੈਜ਼ ਰਿਟਨ। ਇਸੇ ਐਂਗਲ ਤੋਂ ਮੈਂ ਜਾਣ ਕੇ ਲੈ ਕੇ ਆਇਆ ਉਸ ਫਰੇਜ਼ ਨੂੰ। ਦੇਖੋ ਜਦ ਓਪੀਅਮ ਆਫ ਦ ਪੀਪਲ ਕਿਹਾ ਜਾ ਰਿਹਾ, ਆਫ ਦ ਮੈਸਸ ਕਿਹਾ ਜਾ ਰਿਹਾ, ਹੁਣ ਦੇਖੋ ਤੁਸੀਂ ਕਹੋਗੇ ਅੰਗਰੇਜ਼ੀ 'ਚ ਕਈ ਗੱਲਾਂ ਕਰਦਾ ਹੈ ਮੁੰਡਾ। ਹੁਣ ਮੈਂ ਤੁਹਾਨੂੰ ਡੋਇਸ਼ ਜਾਂ ਜਰਮਨ ਵਿੱਚ ਕੋਟ ਕਰਾਂਗਾ, ਉਹ ਥੋੜ੍ਹੀ ਸਮਝ ਆਊਗਾ। ਸਾਨੂੰ ਮੰਨ ਲੈਣਾ ਚਾਹੀਦਾ ਪੰਜਾਬੀ ਇੱਕ ਸਿੰਥੈਟਿਕ ਲੈਂਗੁਏਜ ਆ। ਸਾਰੀਆਂ ਭਾਸ਼ਾਵਾਂ ਨੂੰ ਅਸੀਂ ਲਿਆਉਂਦੇ ਹਾਂ ਨਾਲ। ਅਸੀਂ ਐਨਾਲਿਟਿਕ ਲੈਂਗੁਏਜ ਨਹੀਂ ਹੈਗੇ ਆ, ਭਾਸ਼ਾ ਨਹੀਂ ਹੈਗੇ ਕਿ ਜਿੱਥੇ ਸੰਸਕ੍ਰਿਤ ਜਾਂ ਲੈਟਿਨ ਵਾਂਗੂ ਪੇਸ਼ ਕਰਾਂਗੇ। ਪੰਜਾਬੀ ਵਿੱਚ ਤਾਂ ਬਹੁਤ ਵੱਡਾ ਇੱਕ ਰੂਪ ਹੈ, ਬੜੀਆਂ ਭਾਸ਼ਾਵਾਂ ਦੀ ਕਨਵਰਸੇਸ਼ਨ ਅਸੀਂ ਕਰ ਲੈਂਦੇ ਹਾਂ। ਉਹਦੇ ਵਿੱਚ
ਜੇ ਫਰੇਜ਼ ਨੂੰ ਅਸੀਂ ਲੈਂਦੇ ਆ, ਇਹ ਇਟਸੈਲਫ ਵੀ ਇੱਕ ਡਾਇਲੈਕਟੀਕਲ ਮੈਟਾਫਰ ਬਣ ਜਾਂਦਾ, ਕਿਉਂਕਿ ਜਦ ਪ੍ਰੋਟੈਸਟ ਹੈ ਨਾ ਉਹਦੇ ਵਿੱਚ ਐਕਸਪ੍ਰੈਸ਼ਨ ਵੀ ਹੈ ਤੇ ਸਫਰਿੰਗ ਵੀ ਹੈ, ਤਾਂ ਹੀ ਕਿਹਾ ਜਾ ਰਿਹਾ। ਬਟ ਜਿਹੜੀ ਲਾਈਨ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਮੋਸਟ ਆਫ ਯੂ ਆਰ ਅਵੇਅਰ ਆਫ ਇਟ, ਬਟ ਇਸ ਕੌਂਟੈਕਸਟ ਵਿੱਚ ਕਹਿ ਰਿਹਾ ਕਿ ਕਾਰਲ ਮਾਰਕਸ ਨੇ ਸਪਿਰਿਚੁਅਲ ਲਾਈਫ, ਰੂਹਾਨੀਅਤ ਦੀ ਜ਼ਿੰਦਗੀ ਦੇ ਪ੍ਰਤੀ ਕਦੇ ਖਿਲਾਫ ਨਹੀਂ ਬੋਲਿਆ। ਸਾਨੂੰ ਸਮਝਣਾ ਪਊ ਉਹ ਕ੍ਰਿਟਿਕ ਸੀਗਾ ਜਿਹੜਾ ਉਸ ਵੇਲੇ ਦਾ ਆਰਗੇਨਾਈਜ਼ਡ ਰਿਲੀਜਨ ਖੜਾ ਸੀ ਉਹਦੇ ਪ੍ਰਤੀ, ਕਿ ਕਿਵੇਂ ਉਹ ਵੀ ਇੰਨਾ ਕਰਪਟ ਹੋ ਚੁੱਕਿਆ। ਸੋ ਵਟ ਹੀ ਇਜ਼ ਰਿਟਨ ਇਨ ਦ ਵੇਜ ਆਫ ਲੇਬਰ, wages of labor of the economic and philosophical manuscripts of 1844, ਇਹ ਕਾਰਲ ਮਾਰਕਸ ਨੇ ਲਿਖਿਆ, to develop in greater spiritual freedom, a people must break their bondage to their bodily needs, and they must cease to be the slaves of the body. They must, above all, have time at their disposal for spiritual creative activity and spiritual enjoyment. ਸੋ ਕਈ ਵਾਰ ਨਾ ਅਸੀਂ ਜਦ ਇੱਕ ਅੱਧੀ ਫਰੇਜ਼ ਇੱਧਰੋਂ ਉੱਧਰੋਂ ਲੈ ਲੈਂਦੇ ਆ, ਉਸ ਦੇ ਕੌਂਟੈਕਸਟ ਨੂੰ ਬਗੈਰ ਸਮਝੇ, ਗੁਰਬਾਣੀ ਨਾਲ ਵੀ ਇੱਦਾਂ ਬੜਾ ਕੀਤਾ ਜਾਂਦਾ। ਜਿੱਥੇ ਉਹ ਇਸ ਸੰਦਰਭ ਵਿੱਚ ਬੋਲ ਰਿਹਾ, ਉਹ ਦੇਖੋ ਨਾ ਕੀ ਕਹਿ ਰਿਹਾ। ਕਹਿੰਦਾ ਜਿਹੜਾ ਗੁਲਾਮ ਹੀ ਬਣ ਗਿਆ ਇਸ ਚਮੜੀ ਦਾ, ਉਹਨੂੰ ਨਹੀਂ ਕੁਝ ਪਤਾ ਲੱਗੂ, ਉਹਦੀ ਨਹੀਂ ਰੂਹਾਨੀਅਤ ਬਣੂਗੀ, ਉਹਦੀ ਸਪਿਰਿਚੁਅਲ ਐਡਵਾਂਸਮੈਂਟ ਨਹੀਂ ਹੋਊ। ਇਹ ਬੜਾ ਜੁੜਦਾ ਸਾਡੇ ਥੀਸਿਸ ਨਾਲ, ਸਿੱਖ ਥੀਸਿਸ ਨਾਲ ਤਾਂ ਪੂਰਾ ਹੀ ਜੁੜਦਾ। ਸਾਨੂੰ ਤਾਂ ਇਸ ਸਰੀਰ ਦੀ ਮੈਂਟਲ, ਸਪਿਰਿਚੁਅਲ, ਇਮੋਸ਼ਨਲ, ਪੋਲੀਟੀਕਲ ਸਾਰੀਆਂ ਗੁਲਾਮੀਆਂ ਤੋੜਨ ਲਈ ਤਿਆਰ ਕੀਤਾ ਗਿਆ ਸੀ। ਸੋ ਇਸ ਗੱਲ ਨੂੰ ਵੀ ਅਸੀਂ ਸਮਝੀਏ ਕਿ ਜਿਹੜੇ ਆਈਡੀਓਲੌਗਸ ਨੂੰ, ਜਿਹੜੀਆਂ ਆਈਡੀਓਲੋਜੀਜ਼ ਦੇ ਫਾਊਂਡਰਸ ਨੇ, ਉਹਨਾਂ ਨੇ ਉਸ ਸੰਦਰਭ ਵਿੱਚ ਕੀ ਕਿਹਾ, ਇਹ ਗੱਲਾਂ ਨੂੰ ਕੋਟ ਕਰਨਾ ਜ਼ਿਆਦਾ ਜ਼ਰੂਰੀ ਆ। ਅਦਰਵਾਈਜ਼ ਜੇ ਅਸੀਂ ਉਹ ਕੋਟ ਕਰਾਂਗੇ ਜਿੱਥੇ ਸਾਡਾ ਬਾਈਫਰਕੇਸ਼ਨ ਹੁੰਦੀ ਆ, ਦੁਫਾੜ ਪੈਦਾ ਹੁੰਦਾ ਜ਼ਿਆਦਾ, ਉਹਦੇ ਨਾਲ ਕਦੇ ਰੈਕਨਸੀਲੀਏਸ਼ਨ ਨਹੀਂ ਆਊ। ਉਹ ਤੁਸੀਂ ਆਪਣੇ ਸਬ ਗਰੁੱਪਸ ਵਿੱਚ ਕਰੋ। ਆਪਣੇ ਸਕੂਲ ਦੇ ਹਰੇਕ ਦੇ ਨਿਯਮ ਹੁੰਦੇ ਨੇ, ਬਟ ਜਦ ਤੁਸੀਂ ਰੈਕਨਸੀਲੀਏਸ਼ਨ ਦੇ ਨਿਯਮ ਦੇਖਣੇ ਨੇ, ਉੱਥੇ ਜਿਹੜੀ ਚੀਜ਼ ਤੁਹਾਨੂੰ ਜੁਦਾ ਕਰ ਰਹੀ ਹੈ ਉਹ ਨਹੀਂ ਮੈਂਸ਼ਨ ਕੀਤੀ ਜਾਂਦੀ। ਇੱਥੇ ਖੜਕੇ ਵੀ ਜੇ ਕੋਈ ਕਰ ਰਿਹਾ, ਉਹਦੀ ਵੀ ਇੱਕ ਪੋਲੀਟਿਕਸ ਆ, ਐਂਡ ਵੀ ਹੈਵ ਟੂ ਬੀ ਵੈਰੀ ਅਵੇਅਰ ਐਂਡ ਵਿਜੀਲੈਂਟ ਆਫ ਦੈਟ ਪੋਲੀਟਿਕਸ। ਹੁਣ ਗਦਰਸ ਦਾ ਮੈਂਸ਼ਨ ਆਉਂਦਾ, ਗਦਰਸ ਦਾ ਮੈਂ ਵੀ ਦੇਖਿਆ 100 ਵਰੇ, ਤੇ ਮੈਂ ਵੀ ਬੋਲਿਆ ਸੀ ਉੱਥੇ ਵੈਂਕੂਵਰ ਏਰੀਆ 'ਚ ਇਹਦੇ ਬਾਰੇ ਗੱਲ ਹੋਈ। ਮੈਂ ਗਦਰ ਦੀ ਡਾਇਰੈਕਟਰੀ ਲਾ ਕੇ ਸਾਰੇ ਨਾਵਾਂ ਨੂੰ ਵੀ ਦੇਖਿਆ, ਮੈਂ ਉਹਦਾ ਸਟੈਟਿਸਟੀਕਲ ਐਨਾਲਿਸਿਸ ਵੀ ਕੀਤਾ ਥੋੜ੍ਹਾ ਜਿਹਾ। 85% ਗਦਰਾਈਟ ਸਿੱਖ ਸੀਗੇ, ਹੈਗੀ ਆ ਡਾਇਰੈਕਟਰੀ, ਕਰ ਲਓ ਐਨਾਲਿਸਿਸ। ਵੀ ਸ਼ੁੱਡ ਸਪੀਕ ਵਿਦ ਦ ਡੇਟਾ, ਐਵੀਡੈਂਸ ਬੇਸ ਜਿਹਨੂੰ ਅੱਜ ਕੱਲ੍ਹ ਕਿਹਾ ਜਾਂਦਾ। ਹੁਣ ਉਹਦੇ ਵਿੱਚ ਉਹਨਾਂ ਨੂੰ ਤਾਂ ਕੋਈ ਕੰਪਲੈਕਸ ਨਹੀਂ ਹੈਗਾ ਕਿ ਅਸੀਂ ਗੁਰਦੁਆਰੇ ਜਾ ਕੇ ਪਹਿਲਾਂ ਪਾਠ ਵੀ ਕਰਦੇ ਹਾਂ। ਇਨਫੈਕਟ ਮੈਂ ਸਚਿੰਦਰ ਨਾਥ ਸਨਿਆਲ ਦੀ ਬੰਦੀ ਜੀਵਨ ਜਿਹੜੀ ਕਿਤਾਬ ਲਿਖੀ ਆ, ਉਹਦੇ 'ਚ ਉਹਨੇ ਇਹੀ ਲਿਖਿਆ, ਕਹਿੰਦਾ ਜੇ ਆਪਣੇ ਮੈਂ ਸਿੱਖ ਦਲ, ਉਹਨੇ ਵਰਡ ਯੂਜ਼ ਕੀਤਾ, ਕਹਿੰਦਾ ਜਿਹੜਾ ਸਿੱਖਾਂ ਦਾ ਦਲ ਹੈ ਨਾ ਗਦਰੀਆਂ ਦਾ, ਉਹਨਾਂ ਵੱਲ ਜੇ ਦੇਖਣਾ ਹੋਵੇ ਨਾ ਉਹ ਕਿੱਥੋਂ ਪ੍ਰੇਰਣਾ ਲੈਂਦੇ ਆ, ਕਹਿੰਦੇ ਸਵੇਰੇ ਜਾ ਕੇ ਦੇਖਿਓ ਗੁਰਦੁਆਰੇ ਬਹਿ ਕੇ ਪਾਠ ਕਰਕੇ ਆਉਂਦੇ ਨੇ। ਉਹ ਆਪ ਲਿਖ ਰਿਹਾ, ਅਜੇ ਸਿੱਖ ਨੂੰ ਨਹੀਂ ਮੈਂ ਕੋਟ ਕਰ ਰਿਹਾ। ਸੋ ਇਹ ਸਾਡੇ ਕੰਪਲੈਕਸ ਨੇ, ਅਸੀਂ ਇੱਕ ਅੱਧੀ ਚੀਜ਼ ਫੜ ਲੈਂਦੇ ਹਾਂ, ਫਿਰ ਉਹਦੇ ਪਿੱਛੇ ਹੀ ਲੱਗੇ ਰਹਿੰਦੇ ਹਾਂ। ਭਗਤ ਸਿੰਘ ਨੂੰ ਬੜਾ ਸਾਰੇ ਲੱਗੇ ਹੋਏ ਨੇ ਜੀ, ਇਹ ਕਾਮਰੇਡ ਸੀ, ਸਿੱਖਾਂ ਨੂੰ ਲੱਗਿਆ ਇਹ ਸਿੱਖ ਸੀ। ਅਗੇਨ ਲੈਫਟ ਦੇ ਸਿੱਖ ਇਹਦੇ ਬਾਰੇ ਲੜਦੇ ਰਹਿੰਦੇ ਨੇ, ਤੇ ਹਿੰਦੁਸਤਾਨ ਨੇ ਉਹਨਾਂ ਆਪਣਾ ਨੈਸ਼ਨਲਿਜ਼ਮ ਦਾ ਹੀਰੋ ਬਣਾ ਛੱਡਿਆ। ਅਮੀ ਬੜੀ ਅਜੀਬ ਜਿਹੀਆਂ ਗੱਲਾਂ ਨੇ, ਜਿਨ੍ਹਾਂ ਨੇ ਕਿਹਾ ਚੜ੍ਹਨ ਦਿਓ ਇਹਨੂੰ ਸੂਲੀ ਤੇ, ਉਹਨਾਂ ਨੇ ਆਪਣਾ ਬਣਾ ਲਿਆ, ਕਹਿੰਦੇ ਇਹਨਾਂ ਲੜੀ ਜਾਣ ਦਿਓ। ਹੁਣ what did he write about this? This is important, ਮੈਂ ਜਾਣ ਕੇ ਕੋਟ ਕਰ ਰਿਹਾ। ਕਾਮਰੇਡ ਭਗਤ ਸਿੰਘ ਨੇ ਕੀ ਲਿਖਿਆ, ਕਾਨਪੁਰ ਸੀਗਾ ਇੱਕ ਦਿਨ, ਉਦੋਂ ਉਹਨਾਂ ਨੇ ਇੱਕ ਐਡੀਟੋਰੀਅਲ ਲਿਖਿਆ ਇੱਕ ਪੰਜਾਬੀ ਯੁਵਕ ਥੱਲੇ, ਤੇ ਉਹਨਾਂ ਨੇ ਕੀ ਲਿਖਿਆ ਉਸ ਵੇਲੇ, ਕਹਿੰਦੇ ਜਿਹੜੇ ਇਹ ਲਾਹੌਰ ਕੰਸਪੀਰੇਸੀ ਕੇਸ ਵਿੱਚ ਬੱਬਰ ਅਕਾਲੀ 6 ਜਣਿਆਂ ਨੂੰ 5+1, ਜਿਨ੍ਹਾਂ ਨੂੰ ਕੇਸ ਦਾ ਪਤਾ, ਜਿਨ੍ਹਾਂ ਨੂੰ ਸੂਲੀ ਤੇ ਚੜ੍ਹਾਇਆ ਜਾ ਰਿਹਾ, ਕਹਿੰਦਾ ਇਹਨਾਂ ਦੇ ਬਦੌਲਤ ਆਜ਼ਾਦੀ ਆਊ, ਨਹੀਂ ਤਾਂ ਪੂਰਾ ਹਿੰਦੁਸਤਾਨ ਇਸ ਵੇਲੇ ਹੋਲੀ ਖੇਲਣ 'ਚ ਜੁਟਿਆ ਹੋਇਆ। ਇਹ ਤਾਂ ਇੰਨੇ ਜੋਗੇ ਹੀ ਨੇ। ਇਨਫੈਕਟ ਇਫ ਆਈ ਕੋਟ ਯੂ, ਹੀ ਸੈਡ, ਮੈਂ ਅੰਗਰੇਜ਼ੀ 'ਚ ਉਹਨੂੰ ਟਰਾਂਸਲੇਟ ਕੀਤਾ ਕਿ ਬਲੱਡ ਸਪ੍ਰਿੰਕਲਡ ਔਨ ਦ ਡੇ ਆਫ ਹੋਲੀ ਬੱਬਰਸ, ਅਕਾਲੀਜ਼ ਔਨ ਦ ਕਰੂਸੀਫਿਕਸ। ਭਗਤ ਸਿੰਘ ਦੀ ਲੈਂਗੁਏਜ ਹੈ, ਮੈਂ ਜਾਣ ਕੇ ਕਹਿ ਰਿਹਾ। ਤੇ ਉਹਦੇ 'ਚੋਂ ਕਹਿੰਦਾ ਦੇ ਕੁਡ ਨਾਟ ਟੋਲਰੇਟ ਦ ਐਕਸਪਲੋਇਟੇਸ਼ਨ ਆਫ ਦ ਮੈਸਸ, ਦੇ ਚੈਲੰਜਡ ਐਂਡ ਜੰਪਡ ਇਨਟੂ ਐਕਸ਼ਨ, ਦੇ ਵਰ ਫੁੱਲ ਆਫ ਲਾਈਫ। ਇਹ ਪ੍ਰਤਾਪ ਵੀਕਲੀ ਉਹਦੇ ਵਿੱਚ ਛਪਿਆ ਸੀ। ਸੋ ਮੈਂ ਜਾਣ ਕੇ ਕੋਟ ਕਰ ਰਿਹਾ ਕਿ ਯੂ ਕੈਨ ਬੀ, ਤੁਹਾਡੀ ਪਰਸਨਲ ਸਪਿਰਿਚੁਅਲਿਟੀ ਕੀ ਹੈ, ਤੁਹਾਡੀ ਪਰਸਨਲ ਐਪਲੀਕੇਸ਼ਨ ਲਾਈਫ ਪ੍ਰਤੀ ਕੀ ਹੈ। ਤੁਸੀਂ ਇੱਕ ਰੱਬ ਨੂੰ ਮੰਨਦੇ ਹੋ, ਕੋਈ ਰੱਬ ਨੂੰ ਨਹੀਂ ਮੰਨਦੇ, 3 ਨੂੰ ਮੰਨਦੇ ਹੋ, ਕੀ ਫਰਕ ਪੈਂਦਾ? ਉਹ ਤਾਂ ਤੁਹਾਡੇ ਲਈ ਆ ਨਾ। ਗੱਲ ਇਹ ਹੈ ਕਿ ਜਿਹੜੀ ਵੀ ਚੀਜ਼ ਤੁਸੀਂ ਫੋਲੋ ਕਰ ਰਹੇ ਹੋ, ਤੁਸੀਂ ਕੰਪੈਨੀਅਨਸ਼ਿਪ ਕਿਹਦੇ ਨਾਲ ਕ੍ਰੀਏਟ ਕਰ ਰਹੇ ਹੋ ਫॉर द ਸੇਮ ਪ੍ਰੋਜੈਕਟ ਵਿੱਚ ਤੁਸੀਂ ਕਹੋ ਕਿ ਸਾਡੇ ਡਿਸਪਲਿਨ ਵੀ ਸਾਰਿਆਂ ਦਾ ਸੇਮ ਹੋਵੇ, ਉਹ ਕਲੈਕਟਿਵ ਆਰਗੇਨਾਈਜੇਸ਼ਨ ਦਾ ਡਿਸਪਲਿਨ ਸੇਮ ਹੁੰਦਾ। ਪਰਸਨਲ ਸਪਿਰਿਚੁਅਲਿਟੀ ਤਾਂ ਕਦੇ ਵੀ ਨਹੀਂ ਬਣਾ ਸਕਦੇ। ਨਾਲੇ ਸਾਡੇ ਲਫ਼ਜ਼ ਹੀ ਹੈ ਨਹੀਂ, ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਆਸਤਿਕ ਤੇ ਨਾਸਤਿਕ ਵਰਡ ਨਹੀਂ ਆਇਆ। ਅਸੀਂ ਕਿਹੜੀ ਡਿਬੇਟ 'ਚ ਫਸੇ ਹੋਏ ਹਾਂ?
ਜੇ ਤੁਸੀਂ ਉਹਦੀ ਐਟਮੋਲੋਜੀ ਵੀ ਦੇਖ ਲਓ, ਅੱਜ ਕੱਲ੍ਹ ਸਿੱਖ ਕਿਉਂਕਿ ਇਹ ਵਰਡ ਯੂਜ਼ ਕਰਨ ਲੱਗ ਗਏ ਨੇ, ਅਸੀਂ ਕਦੇ ਨਹੀਂ ਕਰਦੇ ਸੀ। ਆਸਤਿਕ ਸੀਗਾ देयर एग्जिस्ट कि है ਕਿਹੜਾ ਵੈਦਿਕ ਗॉड ਜਿਹੜਾ 6 ਸਕੂਲਸ ਆਫ ਫਿਲਾਸਫੀ ਨੂੰ ਮੰਨਦਾ। ਨਾਸਤਿਕ ਸੀ ਜਿਹੜਾ ਕਹਿੰਦਾ ਮੈਂ ਇਹਨੂੰ ਨਹੀਂ ਮੰਨਦਾ। ਅਸੀਂ ਉਹਨੂੰ ਦੇਖੋ ਥੀਇਸਟ ਤੇ ਏਥੀਇਸਟ ਬਣਾ ਛੱਡਿਆ ਅੱਜ ਦੇ ਦੌਰ 'ਚ। ਸਾਡਾ ਇਹ ਨਹੀਂ ਹੈ ਡਿਬੇਟ, ਸਿੱਖਾਂ ਦੀ ਇਹ ਕਦੇ ਵੀ ਡਿਬੇਟ ਨਹੀਂ ਸੀਗੀ। ਇਸ ਡਿਬੇਟ 'ਚ ਸਾਨੂੰ ਬਾਹਰ ਆ ਜਾਣਾ ਚਾਹੀਦਾ। ਉਹਦਾ ਇੱਕ ਪ੍ਰਤੀਕ ਇਹ ਹੈ ਕਿ ਜਦ ਭਗਤ ਸਿੰਘ ਐਡੀਟੋਰੀਅਲ ਲਿਖ ਰਹੇ ਨੇ, ਉਹ ਬੱਬਰ ਅਕਾਲੀਆਂ ਨੂੰ ਕਹਿ ਰਹੇ ਨੇ ਇਹਨਾਂ ਦੇ ਬਲੌਤ ਆਜ਼ਾਦੀ ਆ ਰਹੀ ਹੈ, ਨਹੀਂ ਤਾਂ ਹਿੰਦੁਸਤਾਨ ਹੋਲੀ ਖੇਡਦਾ ਰਹੋ। ਅੱਜ ਹੋਲੀ ਦਾ ਦਿਨ ਆ ਰਿਹਾ ਨਾ, ਉਸ ਤੋਂ ਵੀ ਮੈਨੂੰ ਗੱਲ ਯਾਦ ਆ ਗਈ। ਸੋ ਹੋਲੀ ਖੇਡੀ ਚਲੋ, ਐਂਟਰਟੇਨਮੈਂਟ ਦੇ ਵਿੱਚ ਨਹੀਂ ਹੁੰਦੀਆਂ ਚੀਜ਼ਾਂ। ਜੇ ਤੁਸੀਂ ਦੂਸਰੇ ਆਈਡੀਓਲੌਗ ਨੂੰ ਕੋਟ ਕਰਨਾ, ਉਹਨੂੰ ਦੇਖੋ ਉਹਦੀ ਲੀਡਰਸ਼ਿਪ ਕਿੰਨੀ ਹੈ। ਉਹ ਉਹਨਾਂ ਨੂੰ ਕੋਟ ਕਰ ਰਿਹਾ, ਉਹ ਇਹ ਨਹੀਂ ਕੋਟ ਕਰ ਰਿਹਾ ਕਿ ਇਹਨਾਂ ਨੇ ਆਪਸ ਵਿੱਚ ਕੀ ਗੱਲ ਕੀਤੀ ਕਿ ਕਿਹੜਾ ਪਾਠ ਪੜ੍ਹਨਾ ਤੇ ਨਹੀਂ ਪੜ੍ਹਨਾ, ਜਾਂ ਇਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਰੱਬ ਨੂੰ ਮੰਨਦਾ ਜਾਂ ਨਹੀਂ ਮੰਨਦਾ। ਇਹ ਹੁੰਦੀ ਹੈ ਮੈਚੋਰਿਟੀ ਦੀ ਗੱਲ, ਜੇ ਤੁਸੀਂ ਫੈਕਸ਼ਨਲਿਜ਼ਮ ਤੋਂ ਗਾਹਾਂ ਉੱਠਣਾ ਹੈਗਾ ਫॉर ਅ ਪਰਟੀਕੂਲਰ ਪ੍ਰੋਜੈਕਟ। ਇਸ ਤਰ੍ਹਾਂ ਦੇ ਬੜੇ ਨੇ। ਹੁਣ ਯਾਰ ਤਾਂ ਇਹ ਸਾਡੇ ਨੇ, ਭਗਤ ਸਿੰਘ ਹੋ ਗਏ, ਕਰਤਾਰ ਸਿੰਘ ਸਰਾਭਾ ਹੋ ਗਏ, ਊਧਮ ਸਿੰਘ ਹੋ ਗਏ, ਗੁਲਾਬ ਕੌਰ ਹੋ ਗਈ। ਵਿਮਨ ਨੈਰੇਟਿਵ ਵੀ ਮਿਸਿੰਗ ਆ ਜੇ। ਸਾਨੂੰ ਲੱਭਣਾ ਪੈਂਦਾ ਜਾ ਕੇ ਕਿ ਸਿੰਗਾਪੁਰ ਤੋਂ ਜਿਹੜਾ ਆਰਮਸ ਡਰਿਲਿੰਗ ਤੇ ਕਮਿਊਨੀਕੇਸ਼ਨਸ ਦੇ ਕੰਮ ਗੁਲਾਬ ਕੌਰ ਕਰਦੀ ਸੀ। ਤੁਸੀਂ ਸਿੱਖ ਨਾਂ ਵੀ ਨੇ, ਸਿੱਖ ਨਜ਼ਰੀਏ ਵੀ ਨੇ, ਬਟ ਕੰਪਲੈਕਸ ਕੁਛ ਨਹੀਂ, ਨਾ ਸਿੱਖਾਂ ਨੂੰ ਨਾ ਲੈਫਟ ਨੂੰ, ਕਿਉਂਕਿ ਸਿੱਖਾਂ ਵਿੱਚ ਤਾਂ ਲੈਫਟ ਵੀ ਆ ਤੇ ਰਾਈਟ ਵੀ ਆ ਤੇ ਸੈਂਟਰ ਵੀ ਆ। ਬਟ ਕਿਸੇ ਨੂੰ ਕੋਈ ਕੰਪਲੈਕਸ ਨਹੀਂ ਕਿ ਇਹਨੇ ਪੱਗ ਰੱਖੀ ਹੈ ਨਹੀਂ ਰੱਖੀ, ਕੇਸ ਰੱਖੇ ਜਾਂ ਨਹੀਂ ਰੱਖੇ, ਕਿਹੜੇ ਰੱਬ ਨੂੰ ਮੰਨਦਾ ਹੈ ਨਹੀਂ ਮੰਨਦਾ। ਉਹ ਤਾਂ ਪ੍ਰੋਜੈਕਟ ਤੇ ਫੋਕਸ ਨੇ ਕਿ ਬਈ ਇਸ ਮਾਮਲੇ 'ਚ ਪੱਕੇ ਨੇ। ਪ੍ਰੋਜੈਕਟ ਤੇ ਫੋਕਸ ਹੋਣਾ ਬਹੁਤ ਜ਼ਰੂਰੀ ਆ। ਦੈਟਸ ਵੇਅਰ ਵੀ ਬਿਕਮ ਮਿਸ਼ਨ ਓਰੀਐਂਟਡ। ਸੋ ਪ੍ਰੈਕਟੀਕਲੀ ਫਿਰ ਹੁਣ ਕੀ ਕਰੀਏ? ਮੇਰੀ 2-3 ਚੀਜ਼ਾਂ ਬਾਰੇ ਮੈਂ ਕਹਾਂਗਾ। ਲੁੱਕ, ਵਾਟ ਟੂ ਡੂ ਪਾਰਟ ਇਜ਼ ਵੈਰੀ ਸਿੰਪਲ ਬਟ ਵੈਰੀ ਹਾਰਡ ਟੂ ਡੂ। ਸੋ ਸਿਰਫ ਇਹ ਸਲਾਹ ਹੈਗੀ ਤੇ ਬੜੀ ਛੋਟੀ ਸਲਾਹ, ਬੜੀ ਮਾਇਓਪਿਕ ਹੈਗੀ ਹੈ। ਦਾਇਰਾ ਬਹੁਤ ਵੱਡਾ ਤੇ ਕੰਪਲੈਕਸ ਹੋ ਚੁੱਕਿਆ, ਬਟ ਜਿਹੜੀਆਂ ਕੰਪਲੈਕਸ ਚੀਜ਼ਾਂ ਹੁੰਦੀਆਂ ਉੱਥੇ ਜ਼ਿਆਦਾ ਵਿਸ਼ਲੇਸ਼ਣ ਕਰਕੇ ਜੇ ਤੁਸੀਂ ਸਿੰਪਲੀਫਾਈ ਕਰਕੇ ਕੋਈ ਬੰਦਿਆਂ ਨੂੰ, ਲੋਕਾਂ ਨੂੰ ਤੇ ਲੀਡਰਸ਼ਿਪ ਨੂੰ ਸੋਲੂਸ਼ਨ ਨਹੀਂ ਦਿੰਦੇ, ਫਿਰ ਆਈਡੀਓਲੌਗਸ ਜਿਹਨੂੰ ਕਹਿੰਦੇ ਆ ਆਪਣੀ ਜੌਬ ਸੇਫਟੀ ਲਈ ਪੜੇ ਹੋਏ ਨੇ। ਦੇ ਆਰ ਜਸਟ ਸਿਕਿਉਰਿੰਗ ਦੇਅਰ ਜੌਬ ਤਾਂ ਕਿ ਹੋਰ ਕੰਪਲੈਕਸ ਬਣਾਈ ਜਾਣ। ਸੋ ਸਿੰਪਲੀਫਾਈ ਕਰਨ ਲਈ ਮੈਂ 2-3 ਚੀਜ਼ਾਂ ਕਹਾਂਗਾ ਕਿ ਪਹਿਲਾ ਤਾਂ ਹੈਗਾ ਐਕਸੈਪਟ ਰੋਂਗ ਡੂਇੰਗ। ਅਰਦਾਸ ਸਿੱਖ ਕਰਦੇ ਨੇ, ਡੇਠ ਕੇ ਅਣਡਿੱਠ ਕੀਤਾ। ਕਰਨਾ ਸਿੱਖੀਏ ਨਾ, ਫਿਰ ਸਾਡੀ ਟ੍ਰੇਨਿੰਗ ਆਏ ਤਾਂ ਅਸੀਂ ਮੰਗਦੇ ਹਾਂ ਇਹ ਰੋਜ਼। ਸੋ ਵੀ ਹੈਵ ਟੂ ਐਕਸੈਪਟ ਰੋਂਗ ਡੂਇੰਗ ਤੇ ਫੋਰਗਿਵਨੈਸ ਦਾ ਹਿੱਸਾ ਆਉਂਦਾ। ਫਿਰ ਬਾਰ-ਬਾਰ ਚਿਤਾਰਨਾ ਨਹੀਂ ਕਿ ਤੂੰ ਇਹ ਗਲਤ ਕੀਤਾ ਸੀ, ਉਹ ਪੰਜਾਬੀ ਯੂਨੀਵਰਸਿਟੀ ਪਟਿਆਲੇ ਇਹ ਗੱਲ ਹੋਈ ਸੀ, ਉਹਨੇ ਇਹ ਲਿਖਤਾ ਸੀ ਲੇਖ 'ਚ, ਉਹਨੇ ਗੁਰੂ ਨਾਨਕ ਦੀ ਇਹ ਪੋਇਮ ਲਿਖੀ, ਉਹਨੇ ਸਾਡਾ ਇਹ ਬੰਦਾ ਮਾਰਿਆ ਸੀਗਾ। ਦੈਨ ਫਿਰ ਦੇਖ ਕੇ ਅਣਡਿੱਠ ਕੀਤਾ ਨਹੀਂ ਹੋਇਆ। ਜਿਨ੍ਹਾਂ ਨੇ ਐਕਚੁਅਲੀ ਫੈਕਸ਼ਨਲਿਜ਼ਮ ਤੋਂ ਕਹਾਂ ਜਾਣਾ, ਉਹਨਾਂ ਨੂੰ ਤਾਂ ਕਰਨਾ ਪੈਣਾ ਬੜੇ ਡਿਸਿਪਲਿਨਡ ਰੂਪ ਦੇ ਵਿੱਚ। ਐਕਸੈਪਟ ਦ ਰੋਂਗ ਡੂਇੰਗ ਤੇ ਉਹ ਰਿਪੇਅਰ ਕਰਨ ਦੇ ਲਈ ਆਪਣਾ ਰਿਸ਼ਤਾ ਜਿਹੜਾ ਡੈਮੇਜ ਰਿਲੇਸ਼ਨਸ਼ਿਪ ਆ, ਉਹਦੇ ਲਈ ਤੁਹਾਨੂੰ ਦੇਖ ਕੇ ਅਣਡਿੱਠ ਕਰਨਾ ਬਹੁਤ ਜ਼ਰੂਰੀ ਆ। ਇਹ ਸਾਡੀ ਟ੍ਰੇਨਿੰਗ ਸੀ ਸਿੱਖਾਂ ਦੀ। ਸਿੱਖ ਟ੍ਰੇਨਿੰਗ ਦਾ ਅਸਰ ਇੰਨਾ ਸੀ ਕਿ ਪੂਰੇ ਪੰਜਾਬ ਦੀ ਇਹ ਟ੍ਰੇਨਿੰਗ ਹੋਣ ਲੱਗ ਗਈ ਸੀ। ਇਹ ਆ ਮਤਲਬ ਪੰਜਾਬ ਵਸਦਾ ਗੁਰਾਂ ਦੇ ਨਾਂ ਦਾ। ਇਹਦਾ ਮਤਲਬ ਇਹ ਨਹੀਂ ਕਿ ਸਾਰੇ ਅੰਮ੍ਰਿਤ ਛਕ ਲੈਣਗੇ। ਇਹਦਾ ਮਤਲਬ ਇਹ ਹੈ ਕਿ ਪੈਰਾਡਾਈਮ ਇੰਨੀ ਤਗੜੀ ਸੀ ਕਿ ਪੰਜਾਬ ਦਾ ਹਿੰਦੂ, ਪੰਜਾਬ ਦਾ ਮੁਸਲਮਾਨ, ਪੰਜਾਬ ਦੇ ਸਿੱਖ, ਪੰਜਾਬ ਦੇ ਜਿਹੜੇ ਟਰਾਈਬਲ ਕਲਚਰਸ ਵੀ ਨੇ ਬੜੇ, ਉਹ ਸਾਰਿਆਂ ਨੂੰ ਸੀ ਕਿ ਨਹੀਂ, ਕਿ ਜਿਹੜੇ ਇੱਥੇ ਦਰਿਆ ਨੇ ਉਹ ਵੀ ਜਪਜੀ ਗਾਉਂਦੇ। ਪੂਰਨ ਸਿੰਘ ਦਾ ਇਹ ਮਤਲਬ ਲਿਖਣ ਦਾ ਸੀ ਇਸ ਤਰ੍ਹਾਂ ਦੇ ਕੰਮ ਹੋ ਰਹੇ ਨੇ ਕਿ ਇੰਨੀ ਜ਼ਬਰਦਸਤ ਇੰਸਪੀਰੇਸ਼ਨ ਆ ਰਹੀ ਸੀ। ਉਹ ਇੰਸਪੀਰੇਸ਼ਨ ਤਾਂ ਆ ਰਹੀ ਸੀ ਕਿਉਂਕਿ ਇਹ ਸਾਡੀ ਟ੍ਰੇਨਿੰਗ ਦਾ ਹਿੱਸਾ ਬਣ ਗਿਆ ਸੀ ਡੈਮੇਜ ਰਿਲੇਸ਼ਨਸ਼ਿਪ ਨੂੰ ਠੀਕ ਕਰਨ ਦਾ। ਤੇ ਇਹ ਜੇ 2 ਕੰਮ ਕਰਾਂਗੇ, ਓਨਲੀ ਦੈਨ ਆਈ ਬਿਲੀਵ ਯੂ ਵਿਲ ਬੀ ਏਬਲ ਟੂ ਐਸਟੈਬਲਿਸ਼, ਰੀਐਸਟੈਬਲਿਸ਼ ਰਾਦਰ ਮਿਊਚੁਅਲ ਰਿਸਪੈਕਟ। ਇਵੈਂਚੁਅਲੀ ਗੱਲ ਆਉਂਦੀ ਹੈ, ਤੁਸੀਂ ਜਿਹਦੀ ਰਿਸਪੈਕਟ ਨਹੀਂ ਕਰਦੇ ਤੁਸੀਂ ਉਹਦੇ ਨਾਲ ਕੰਮ ਕਰ ਹੀ ਨਹੀਂ ਸਕਦੇ। ਤਾਂ ਹੀ ਤਾਂ ਅਸੀਂ ਪੁੱਠਾ ਬੋਲਦੇ ਹਾਂ ਹੋਰਾਂ ਬਾਰੇ। ਸੋ ਮਿਊਚੁਅਲ ਰੀਐਸਟੈਬਲਿਸ਼ ਕਰਨਾ ਰਿਸਪੈਕਟ ਨੂੰ, ਉਹਦੇ ਲਈ ਇਹ 2 ਕ੍ਰਾਈਟੀਰੀਆ ਨੇ ਬਹੁਤ ਜ਼ਰੂਰੀ ਕਿ ਆਪਣੀ ਰੋਂਗ ਡੂਇੰਗ ਨੂੰ ਐਕਸੈਪਟ ਕਰੋ ਤੇ ਜਿਹੜੀ ਡੈਮੇਜ ਰਿਲੇਸ਼ਨਸ਼ਿਪ ਆ ਉਸ 'ਤੇ ਕੰਮ ਕਰੋ, ਉਹਨੂੰ ਬੈਟਰ ਕਰਨ ਦੇ ਲਈ। ਇਹਦੇ ਨਾਲ ਸੈਕਿੰਡ ਪਾਰਟ ਜਿਹੜਾ ਆਈ ਥਿੰਕ ਇਸ ਗੈਦਰਿੰਗ ਦੇ ਵਿੱਚ ਜ਼ਿਆਦਾ ਡਿਸਕਸ਼ਨ ਕਰਨ ਦੀ ਲੋੜ ਆ ਕਿ ਡਾਇਲੋਗ ਫਿਰ ਹੋਵੇ ਕਿੱਦਾਂ ਦਾ। ਆਈ ਡੋਂਟ ਥਿੰਕ ਵੀ ਹੈਵ ਅ ਡਾਇਲੋਗ ਟ੍ਰੈਡੀਸ਼ਨ। ਮੈਂ ਆਪਣੀ ਗੱਲ ਕਰ ਦਾਂਗਾ, ਕੋਈ ਹੋਰ ਕਰ ਦੂਗਾ, ਇਹਦਾ ਮਤਲਬ ਡਾਇਲੋਗ ਥੋੜ੍ਹੀ ਹੋਇਆ। ਇਨਫੈਕਟ ਜਿਹੜੇ ਕੌਨਫਲਿਕਟ ਰੈਜ਼ੋਲੂਸ਼ਨ ਦੇ ਡਾਇਲੋਗ ਪਬਲਿਕਲੀ ਨਹੀਂ ਕੀਤੇ ਜਾਂਦੇ। ਜਦ ਲੀਡਰਸ਼ਿਪ, ਇੱਥੇ ਮੈਂ ਟੌਪ ਡਾਊਨ ਤੇ ਬਾਟਮ ਅਪ ਨੂੰ ਇਕੱਠਾ ਕਰਾਂਗਾ, ਜਦ ਟੌਪ ਡਾਊਨ ਵਾਲੇ ਬੰਦੇ ਕਿਸੇ ਲੈਵਲ ਤੇ ਐਗਰੀਮੈਂਟ ਲੈ ਆਉਂਦੇ ਨੇ, ਸੈਟਲ ਕਰ ਲੈਂਦੇ ਨੇ ਚੀਜ਼ਾਂ ਨੂੰ,
ਫਿਰ ਪਬਲਿਕਲੀ ਕਿਹਾ ਜਾਂਦਾ। ਅਸੀਂ ਜੋ ਪਬਲਿਕਲੀ ਇਸ ਵੇਲੇ ਕਹਿੰਦੇ ਉਹ ਤਾਂ ਖਲਾਰਾ ਹੀ ਪਾ ਰਿਹਾ ਨਾ, ਕਿਉਂਕਿ ਅਸੀਂ ਜਿਨ੍ਹਾਂ ਦੇ ਇਨਫਲੂਐਂਸਰਸ ਨੇ, ਜਿਹੜੇ ਡਿਸੀਜਨ ਮੇਕਰਸ ਨੇ, ਉਹਨਾਂ ਨਾਲ ਬਹਿ ਕੇ ਅਜੇ ਸੈਟਲਮੈਂਟ ਨਹੀਂ ਕੀਤੀ ਕੋਈ। ਯੂ ਹੈਵ ਟੂ ਅਗਰੀ ਟੂ ਦੈਟ। ਫਿਰ ਪਬਲਿਕ ਵਿੱਚ ਮੈਸੇਜ ਜਾਂਦਾ ਨਾ, ਫਿਰ ਡੈਮੋਨਸਟ੍ਰੇਸ਼ਨ ਵੀ ਹੁੰਦੀ ਹੈ, ਫਿਰ ਜਿਹੜੇ ਵਰਕਰਸ ਨੇ, ਆਵਾਮ ਨੇ, ਸੰਗਤ ਆ, ਫਿਰ ਉਧਰ ਵੱਲ ਜਾਂਦੀ ਹੈ ਰੈਕਨਸੀਲੀਏਸ਼ਨ, ਕਿਉਂਕਿ ਟੁਵਰਡਸ ਰੈਕਨਸੀਲੀਏਸ਼ਨ ਦੀ ਗੱਲ ਨਾ ਸਟਰੈਂਥਨ ਕਰਨ ਲਈ ਪੰਜਾਬ ਦੀ। ਸੋ ਟੌਪ ਡਾਊਨ ਦੇ ਉੱਤੇ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹ ਪਬਲਿਕਲੀ ਨਹੀਂ ਕੀਤਾ ਜਾਂਦਾ। ਤੁਸੀਂ ਵੱਡੇ ਕੌਨਫਲਿਕਟ ਜ਼ੋਨ ਵਿੱਚ ਵੀ ਇਹ ਦੇਖ ਲਓਗੇ ਨਾ, ਆਪਾਂ ਪੜ੍ਹੀਏ ਇਹਨਾਂ ਚੀਜ਼ਾਂ ਨੂੰ ਕਿਵੇਂ ਕੰਮ ਹੋ ਰਹੇ ਨੇ। ਹਿੰਦੁਸਤਾਨ ਦੇ ਤੇ ਸਿੱਖਾਂ ਦੀ ਇਸ ਪ੍ਰਤੀ ਬੜੀ ਐਪਟੀਟਿਊਡ ਆ, ਉਹ ਪੰਜਾਬ ਵਿੱਚ ਆ ਕੇ ਕਿਉਂ ਨਹੀਂ ਕਰ ਰਹੇ? ਮੇਬੀ ਅਸੀਂ ਉਹਨਾਂ ਨੂੰ ਬੁਲਾਉਣਾ ਨਹੀਂ ਚਾਹੁੰਦੇ। ਦੇਰ ਆਰ ਪੀਪਲ ਹੂ ਵਰਕਡ ਔਨ ਟਰੂਥ ਕਮਿਸ਼ਨਸ। ਸੋਮਾਲੀਆ ਦੇ ਇਸ਼ੂ ਵਿੱਚ ਵੀ ਆਇਆ ਹੋਇਆ, ਪਹਿਲਾਂ ਸੁਡਾਨ ਦੇ ਇਸ਼ੂ ਵਿੱਚ ਵੀ ਆਇਆ ਹੋਇਆ, ਬੰਦਿਆਂ ਦੀ ਟ੍ਰੇਨਿੰਗ ਹੈ ਇਸ ਕੰਮ ਦੀ। ਸੋ ਟੌਪ ਡਾਊਨ ਦੇ ਵਿੱਚ ਆਊਗਾ ਕਿ ਉਹਨਾਂ ਨਾਲ ਤੁਸੀਂ ਪ੍ਰਾਈਵੇਟਲੀ ਗੱਲ ਕਰਨੀ ਆ, ਬਾਟਮ ਅਪ ਵਿੱਚ ਆਊਗਾ ਉਹ ਪਬਲਿਕਲੀ ਗੱਲ ਹੋਊ ਜਿਹਦੇ ਬਾਰੇ ਅਗਰੀਮੈਂਟ ਬਣ ਗਏ ਨੇ। ਅਦਰਵਾਈਜ਼ ਯੂ ਵਿਲ ਨਾਟ ਬੀ ਏਬਲ ਟੂ ਗੋ ਟੁਵਰਡ ਦ ਸੈਟਲਮੈਂਟ। ਹੁਣ ਗੱਲ ਇਹ ਹੈਗੀ ਕਿ ਇਹ ਡੈਮੋਨਸਟ੍ਰੇਟ ਕਰਨ ਲਈ ਮੈਂ ਅਖੀਰ ਵੱਲ ਆਵਾਂ ਕੀ ਕੀਤਾ ਜਾ ਸਕਦਾ ਅੱਜ ਦੇ ਮਾਹੌਲ 'ਚ। ਦੇਖੋ, ਆਈ ਹੈਵ ਆਲਰੇਡੀ ਸ਼ੇਅਰਡ ਵਿਦ ਯੂ, ਬਟ ਮੈਂ ਇੱਕ ਓਪਰਚੁਨਿਟੀ ਦੀ ਗੱਲ ਕਰਾਂਗਾ। ਪ੍ਰੋਜੈਕਟ ਜਿਹਨੂੰ ਅਰਲੀਅਰ ਕਿਹਾ ਨਾ, ਕਿਉਂਕਿ ਬੱਬਰ ਅਕਾਲੀਆਂ ਵੇਲੇ ਵੀ ਇੱਕ ਪ੍ਰੋਜੈਕਟ ਸੀਗਾ ਨਾ, ਉਸ ਵੇਲੇ ਤਾਂ ਜਿਹੜਾ ਇੱਕ ਓਪਰੈਸ਼ਨ ਆ, ਉਹ ਜਿਹੜੀ ਅੱਜ ਕੱਲ੍ਹ ਓਰੀਐਂਟਲਿਸਟ ਅਗਰੀ ਚੀਜ਼ਾਂ ਤੋਂ ਅਸੀਂ ਆਕੂਪੇਸ਼ਨਲ ਐਂਗਲ ਤੋਂ ਸਮਝਦੇ ਹਾਂ, ਬ੍ਰਿਟਿਸ਼ ਇੰਪੀਰੀਅਲਿਜ਼ਮ ਬਾਰੇ ਸੀਗਾ। ਵੀ ਹੈਵ ਅ ਪ੍ਰੋਜੈਕਟ 75 ਸਾਲ ਹੋ ਗਏ ਨੇ, ਸਾਡੇ ਸਾਹਮਣੇ ਫੇਰ ਹਾਈਲਾਈਟ ਹੋ ਗਿਆ ਪਿਛਲੇ ਹਫਤੇ। ਪੰਜਾਬ ਦੇ ਪਾਣੀਆਂ ਦਾ ਮਸਲਾ ਫੇਰ ਆ ਗਿਆ, ਭਾਖੜਾ ਡੈਮ ਦੇ ਇਸ਼ੂ ਤੇ ਆ ਗਿਆ, ਤੇ ਜਿਹੜਾ ਬਿੱਲ ਪਾਸ ਹੋਇਆ ਕਿ ਕਿਸੇ ਵੀ ਡੈਮ ਨੂੰ ਜਦ ਮਰਜ਼ੀ ਸਰਕਾਰ ਲੈਂਦੀ ਹੈ ਫੇਰ ਆ ਗਿਆ। ਦਿਸ ਇਜ਼ ਦੀ ਆਈ ਐਮ ਗੋਇੰ ਟੂ ਕਾਲ ਦਿਸ, ਜਿਹੜਾ ਪਾਣੀਆਂ ਦਾ ਮਸਲਾ 75 ਈਅਰ ਓਪਰਚੁਨਿਟੀ, 47 ਤੋਂ ਬਾਅਦ ਫੇਰ ਆ ਗਈ 75। ਹੁਣ ਇਹਨੂੰ ਕੀ ਹੈਗਾ? ਦੇਖੋ, ਗੁਰੂ ਨਾਨਕ ਸਾਹਿਬ ਦੇ ਮੁਤਾਬਕ ਪਹਿਲਾ ਪਾਣੀ ਜੀਓ ਹੈ। CIA ਦੀ ਮੈਂ ਕਾਨਫਰੰਸ ਕੱਲ੍ਹ ਸ਼ੁਰੂ ਕਰ ਰਿਹਾ ਸੀ, ਕਿਸੇ ਨਾਲ ਸ਼ੇਅਰ ਕਰ ਰਿਹਾ ਸੀ, ਮੈਂ 15 ਸਾਲ ਪਹਿਲਾਂ ਇੱਕ ਅਟੈਂਡ ਕੀਤੀ ਸੀ। ਉਹਦੇ ਸਾਰੀਆਂ ਪ੍ਰੋਜੈਕਸ਼ਨਸ ਇਹ ਸੀਗੀਆਂ ਕਿ ਸਾਰੀਆਂ ਲੜਾਈਆਂ ਆਇਲ ਤੋਂ ਹਟ ਕੇ ਹੁਣ ਪਾਣੀ ਵੱਲ ਜਾਣਗੀਆਂ ਗਲੋਬਲੀ। ਪੰਜਾਬ ਦੇ ਤਾਂ ਹਰ ਬੰਦੇ ਨੂੰ ਪਤਾ, ਹਰ ਜਨਾਨੀ ਨੂੰ ਪਤਾ ਕਿ ਪਾਣੀ ਦਾ ਇਸ਼ੂ ਹੈ, ਸਾਈਕੀ ਵਿੱਚ ਸਾਡੇ ਗਿਆ ਹੋਇਆ ਹੈ, ਈਵਨ ਇਫ ਵੀ ਕੈਨ ਨਾਟ ਆਰਟੀਕੂਲੇਟ ਇਟ। ਸੋ ਉਹਦੇ ਬਾਰੇ ਮੈਂ ਕਹਾਂਗਾ ਦਿਸ ਇਜ਼ ਓਪਰਚੁਨਿਟੀ। ਬੱਬੂ ਮਾਨ ਨੇ ਆਈ ਥਿੰਕ 12 ਸਾਲ ਪਹਿਲਾਂ ਇਹ ਗਾਣਾ ਗਾਇਆ ਸੀ, ਏਕਮ ਸਨ ਆਫ ਸੋਇਲ ਆਈ ਸੀ ਆਈ ਥਿੰਕ ਉਹਦੀ ਮੂਵੀ। ਉਹਦੇ 'ਚ ਸੀਗਾ ਕਿ ਅਸੀਂ ਕੱਚੇ ਰੰਗ ਜਿਹੇ ਸੋਹਣੀ ਹੈ ਸਾਡੀ ਕਾਦੀ ਹੋਲੀ। ਉਹਨੇ ਫੋਰ ਵਾਰਨਿੰਗ ਦਿੱਤੀ ਸੀ ਕਿ ਫਾਰਮਰਸ ਦੇ ਰਾਈਟਸ ਦੇ ਨਾਲ ਕਿੱਦਾਂ ਦੀ ਕਨਫਰੰਟੇਸ਼ਨ ਇੰਡੀਅਨ ਸਟੇਟ ਨਾਲ ਆਈ ਪਈ ਆ 12 ਸਾਲ ਪਹਿਲਾਂ ਕਰਨਾ। ਸੋ ਜਿਹੜਾ ਅਸੀਂ ਸੈਲੈਬ੍ਰਿਟੀ ਕਲਚਰ ਆ ਉਹਦੇ ਵਿੱਚ ਇਹ ਚੀਜ਼ਾਂ ਵੀ ਦੇਖੀਏ, ਹਰੇਕ ਨੂੰ ਐਵੇਂ ਨਾ ਬੋਲੀ ਜਾਈਏ ਸਭ ਕੁਝ ਸਾਡੇ ਮਤਲਬ ਦੀ ਗੱਲ ਕਰਨ। ਉਹ ਕੌਨਸ਼ੀਅਸਨੈਸ 'ਚ ਆ ਉਹਦੀ ਕਿ ਉਹਨੂੰ ਦਿਖ ਰਿਹਾ ਸੀ ਹੋਣ ਵਾਲਾ ਇਹ ਕੰਮ, ਤੇ ਉਹਨੇ ਕਹਿ ਵੀ ਦਿੱਤਾ ਆਪਣੇ ਗਾਣੇ 'ਚ। ਐਨੀਵੇ, ਕਮਿੰਗ ਬੈਕ ਟੂ ਇਟ, ਇਹ ਜਿਹੜਾ ਮਸਲਾ ਇਹ ਲੈਫਟ ਜਾਂ ਸਿੱਖ ਇਸ਼ੂ ਨਾ ਰਹੇ, ਕਿਉਂਕਿ ਇਹਦੀ ਫਰੇਮਿੰਗ ਹਰ ਵੇਲੇ ਸਿੱਖ ਇਸ਼ੂ ਬਣ ਜਾਂਦੀ ਹੈ। ਹੁਣ ਇਹ ਓਪਰਚੁਨਿਟੀ ਆ ਲੈਫਟ ਨੂੰ ਵੀ ਤੇ ਸਿੱਖ ਨੂੰ ਵੀ, ਜਿਹੜਾ ਨਹੀਂ ਵੀ ਇਹਨਾਂ ਨਾਲ ਜੁੜਿਆ, ਜਿਹੜਾ ਸਿੱਖਾਂ ਦਾ ਲੈਫਟ ਰਾਈਟ ਸੈਂਟਰ ਆ ਸਾਰਿਆਂ ਕੋਲ ਹੀ ਆ। ਜੇ ਸਿੱਖਾਂ ਦੇ ਐਕਸਟ੍ਰੀਮ ਰਾਈਟ ਨੇ ਲੈ ਲਿਆ ਫਿਰ ਹਾਈਜੈਕਿੰਗ ਹੋ ਜੂਗੀ। ਦਿਸ ਇਜ਼ ਵਾਟ ਵੀ ਹੈਵ ਟੂ ਅੰਡਰਸਟੈਂਡ। ਲੈਫਟ ਕੋਲ ਹੈ ਕਿ ਉਹਦੇ ਵਿੱਚ ਆਉਣ, ਇਹ ਤਾਂ ਪੰਜਾਬ ਦੀ ਗੱਲ ਆ। ਫਿਰ ਇਹ ਤੇ ਕੰਮ ਕੀ ਕਰਨ ਵਾਲਾ ਕਿ ਇਹ ਕਿਤੇ ਹਰਿਆਣਾ ਨਾਲ ਬਾਈਫਰਕੇਟ ਨਾ ਫਿਰ ਹੋ ਜਾਵੇ, ਕਿਤੇ ਇਹ ਪੈਨ ਇੰਡੀਆ ਇਸ਼ੂ ਹੈਗਾ, ਇਟਸ ਅ ਗਲੋਬਲ ਇਸ਼ੂ। ਇਹ ਤੇ ਕਨਸਟੀਟਿਊਸ਼ਨਲ ਕੰਮ ਕਰਨ ਦੀ ਲੋੜ ਆ। ਐਂਡ ਦਿਸ ਇਜ਼ ਸਮਥਿੰਗ ਵੇਅਰ ਲੈਫਟ ਐਂਡ ਸਿੱਖ ਕੈਨ ਰੀਅਲੀ ਕਮ ਟੂਗੈਦਰ। ਇੱਥੇ ਤਾਂ ਜਿੰਨੀਆਂ ਵੀ ਈਵਨ ਐਸਟੈਬਲਿਸ਼ਮੈਂਟ ਹੈਗੀਆਂ, ਪਿਛਲੇ 25 ਸਾਲਾਂ ਦੇ ਸਟੇਟਮੈਂਟ ਦੇਖ ਲਓ, ਇੰਡੀਆ 'ਚ ਖੜ ਕੇ ਤੇ ਅਮਰੀਕਾ ਤੇ ਕੈਨੇਡਾ ਦੇ ਗੁਰਦੁਆਰਿਆਂ 'ਚ ਖੜ ਕੇ, ਕਾਂਗਰਸ ਦੇ, ਅਕਾਲੀਆਂ ਦੇ, ਸਾਰਿਆਂ ਨੇ ਖੜ ਕੇ ਇਹਦੀ ਸਹਿਮਤੀ ਦਿੱਤੀ ਹੋਈ ਆ, ਬਟ ਪਾਲਿਸੀ ਵਿੱਚ ਕੋਈ ਚੇਂਜ ਨਹੀਂ ਆਇਆ। ਵਿਚ ਮੀਨਸ ਕਿ ਇੱਥੇ ਅਲਾਇੰਸ ਐਕਚੁਅਲੀ ਸਾਰਿਆਂ ਨਾਲ ਬਣ ਸਕਦਾ, ਕਿਉਂਕਿ ਇਹ ਹੈ ਸਾਰਿਆਂ ਨੂੰ ਪਤਾ, ਬਟ ਵੀ ਨੀਡ ਕਨਸਟੀਟਿਊਸ਼ਨਲ ਰੈਪਰੈਜ਼ੈਂਟੇਟਿਵ ਰਾਈਟਸ ਦੇ ਉੱਤੇ ਕੰਮ ਕਰਨ ਦੀ ਲੋੜ ਆ। ਕਨਸਟੀਟਿਊਸ਼ਨਲ ਲਾਇਰਸ ਨੂੰ, ਇੰਟਰਨੈਸ਼ਨਲ ਕਨਵੈਨਸ਼ਨਸ ਨੂੰ, ਰਾਈਪੇਰੀਅਨ ਲਾਜ਼ ਨੂੰ ਸਮਝ ਕੇ ਇਹਦੇ ਵੱਲ ਕਰਨ ਦੀ ਲੋੜ ਆ। ਉਹ ਹੈਗਾ ਕੋਈ ਕਰਾਏ ਟੌਪ ਵਾਲੇ ਇਹਨੂੰ ਸਮਝਣ ਕਿ ਕੋਈ ਵੀ ਇੱਕ ਪੱਖ ਇਹਨੂੰ ਹਾਈਜੈਕ ਨਾ ਕਰ ਲਵੇ। ਸਾਨੂੰ ਇਨਵਾਈਟ ਕਰਨਾ ਚਾਹੀਦਾ ਜਿਹੜੇ ਲੀਡਰਸ ਦੇ ਬਾਰੇ ਕੁਝ ਵੀ ਪੋਜ਼ਿਟਿਵ ਬੋਲ ਰਹੇ, ਜਿਹੜਾ ਦੇਖਣ ਨੂੰ ਮਿਲ ਰਿਹਾ ਹੁਣੇ ਪਿਛਲੇ 10 ਦਿਨਾਂ 'ਚ। ਬੜੇ ਤੇ ਬੜਾ ਸੁਹਿਰਦ ਹੋ ਕੇ ਇਹ ਪੰਜਾਬ ਦੀ ਪਾਰਟੀਸ਼ਨ ਨੂੰ ਮੁੱਖ ਰੱਖ ਕੇ ਤੁਸੀਂ ਪਾਣੀਆਂ ਵੱਲ ਹੀ ਜਾ ਸਕਦੇ ਆ, ਤੇ ਇਹਨੂੰ ਕੇਅਰਫੁਲੀ ਕਰਨਾ ਪਊ, ਇਹਨੂੰ ਲੀਗਲੀ ਪਰਸਿਊ ਕਰਨ ਦੀ ਲੋੜ ਆ। ਤੇ ਇਹ ਸਾਡਾ ਟੂਵਰਡਸ ਸਟਰੋਂਗ ਪੰਜਾਬ ਦਾ ਇੱਕ ਬਹੁਤ ਵੱਡਾ ਅਨਅਲਾਈਨਡ ਮੋਰਚਾ, ਜਾਂ ਯੂ ਕੈਨ ਸੇ ਕਿ ਕੰਸੈਂਸਸ ਓਰੀਐਂਟਡ ਮੋਰਚਾ ਬਣ ਸਕਦਾ। ਮੋਰਚਾ ਹੁੰਦਾ ਜਿੱਥੇ 85% ਲੋਕਾਂ ਨੂੰ ਫਾਇਦਾ ਹੋ ਜਾਵੇ ਨਾ, ਸਾਰੇ ਜੁਆਇਨ ਕਰ ਲੈਂਦੇ ਨੇ। ਫਿਰ
ਇੱਥੇ ਤਾਂ 85 ਛੱਡੋ, ਇੱਥੇ ਤਾਂ 99% ਪਲੱਸ ਹੋ ਜਾਊਗਾ, ਕੋਈ ਵੀ ਸ਼ਾਇਦ ਇਹਦੇ ਖਿਲਾਫ ਬੋਲੇ। ਸੋ ਦਿਸ ਇਜ਼ ਐਨ ਓਪਰਚੁਨਿਟੀ ਜੇ ਐਕਚੁਅਲ ਕੰਮ ਕਰਨਾ, ਰੈਕਨਸੀਲੀਏਸ਼ਨ ਦੇ ਆਪਣੇ ਰਿਜ਼ਰਵ ਹੋ ਕੇ, ਡਿਸਿਪਲਿਨਡ ਹੋ ਕੇ, ਫਾਲਤੂ ਨਹੀਂ ਬੋਲਣਾ। ਜਿਹੜੀ ਚੀਜ਼ ਪਤਾ ਵੀ ਹੈ ਕਿ ਗਲਤ ਹੈ ਉਹਦੇ ਬਾਰੇ ਵੀ ਰਿਜ਼ਰਵਡ ਹੋ ਕੇ ਨਹੀਂ ਬੋਲਣਾ। ਇਟ ਰਿਕੁਆਇਰਸ ਦੈਟ ਲੈਵਲ ਆਫ ਡਿਸਿਪਲਿਨ। ਮੈਂ ਇੱਥੇ ਸਿੱਖ ਨਜ਼ਰੀਆ ਦੇ ਦਿੰਦਾ, ਜੇ ਜੱਸਾ ਸਿੰਘ ਆਲੂਵਾਲੀਆ ਨੇ 1765 ਵਿੱਚ ਲਾਹੌਰ ਫਤਿਹ ਕਰ ਲਿਆ ਨਾ, ਉਸ ਵੇਲੇ ਨਾਲ ਦੇ ਫਿਰ ਭੰਗੀ ਸਰਦਾਰਾਂ ਨੇ ਕਿਹਾ ਆਪਾਂ ਜਾ ਕੇ ਹੁਣ ਫੁਲਕੀਆਂ ਵਾਲਿਆਂ ਨੂੰ ਠੀਕ ਕਰੀਏ। ਕਹਿੰਦੇ ਨਹੀਂ, ਅਸੀਂ ਨਹੀਂ ਇਹ ਕਰਨਾ। ਲੀਡਰਸ਼ਿਪ ਹੁੰਦੀ ਆ when you have more might, you're disciplining your sipahis and your chieftains not to do the thing which they are doing. ਇਹ ਗੁਰਬਾਣੀ ਇੱਥੇ ਲੈ ਕੇ ਆਓ, ਉੱਥੇ ਲਿਖਿਆ ਕਿ ਆਪਣਾ ਗੁਣ ਨਾ ਗਵਾਵੇ। ਉਹਦੀ ਇੰਟਰਪ੍ਰੀਟੇਸ਼ਨ ਇਹ ਲਾਈਫ 'ਚ ਕਰਨੀ ਪਊ, ਸਿਰਫ ਇੱਕ ਲੈਕਚਰ 'ਚ ਨਹੀਂ ਹੋ ਸਕਦੀ। ਉੱਥੇ ਸਾਡਾ ਵਰਚਿਊ ਮੈਟਰ ਕਰਦਾ। ਸਿਮਿਲਰਲੀ ਭਾਈ ਮਹਾਰਾਜ ਸਿੰਘ ਵੇਲੇ ਵੀ ਇੱਦਾਂ ਹੋਇਆ ਸੀਗਾ ਕਿ ਜਦੋਂ ਉਹਨਾਂ ਨੇ ਲਾਹੌਰ ਤੋਂ ਛੁਡਾ ਕੇ ਲਿਆਉਣਾ ਸੀ ਨਾ, ਸਾਡੇ ਡੇਰੇ ਇਹ ਕਰਦੇ ਸੀ ਪਹਿਲਾਂ, ਹੁਣ ਡੇਰਿਆਂ ਨੂੰ ਇਸ ਕੰਮ ਵੱਲ ਲਿਆਓ, ਪਤਾ ਨਹੀਂ ਕੀ ਕਰ ਰਹੇ, ਤੁਹਾਡੇ ਸਾਹਮਣੇ ਹੈਗਾ। ਜਦ ਭਾਈ ਮਹਾਰਾਜ ਸਿੰਘ ਨੇ ਦੇਖਿਆ, ਕਹਿੰਦੇ ਅਸੀਂ ਵੀ ਬੜੀ ਟ੍ਰੇਨਿੰਗ ਲਈ ਹੈ ਨਾਮ ਦੀ ਤੇ ਸਪਿਰਿਚੁਅਲਿਟੀ ਦੀ, ਕਹਿੰਦੇ ਹੁਣ ਵਕਤ ਆ ਗਿਆ ਕਿ ਪੂਰੇ ਪੰਜਾਬ ਦੇ ਵਿੱਚ ਲਾਹੌਰ ਫੋਰਟ ਨੂੰ ਤੋੜ ਕੇ ਸਾਡੇ ਵਾਰਿਸ ਨੂੰ ਰਿਹਾ ਕਰਨ ਲਈ ਕੋਈ ਤਿਆਰ ਨਹੀਂ, ਤੇ ਹੁਣ ਅਸੀਂ ਕਰਾਂਗੇ। ਯੂ ਸ਼ੁੱਡ ਸੀ ਹਿਸ 6 ਪੁਆਇੰਟ ਪਲਾਨ ਕਿ ਕਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਹਰ ਕਿਸਮ ਦੇ ਬੰਦੇ ਨਾਲ ਉਹਨਾਂ ਨੇ ਮਿਲ ਕੇ ਪੂਰੀ ਕੈਂਪੇਨ ਬਣਾਈ ਕਿ ਹੁਣ ਸਾਡਾ ਬਣਦਾ ਲਾਹੌਰ ਨੂੰ ਜਿੱਤਣ ਦਾ, ਉੱਥੋਂ ਆਪਣੇ ਬੰਦਿਆਂ ਨੂੰ ਬਚਾਉਣ ਦਾ। ਤੇ ਉਸ ਵੇਲੇ ਵੀ ਇਹ ਗੱਲ ਚੱਲੀ ਸੀਗੀ ਕਿ ਤੁਹਾਨੂੰ ਪਤਾ ਭਾਈ ਮਹਾਰਾਜ ਸਿੰਘ ਵੇਲੇ ਵੀ ਤੇ ਹੋਰਾਂ ਵੇਲੇ ਵੀ ਕਿ ਕਿਸ ਤਰ੍ਹਾਂ ਜਦ ਆਪਣੇ ਬੰਦੇ ਹੀ ਮਾਰਨ ਆਏ, ਕੋਲੈਬੋਰੇਟਰਸ ਤਾਂ ਹੁੰਦੇ ਹੀ ਨੇ ਸਟੇਟ ਦੇ ਨਾਲ ਤੇ ਐਮਪਾਇਰਸ ਦੇ ਨਾਲ, ਤੇ ਉਹਨਾਂ ਨੇ ਉਹਨਾਂ ਨੂੰ ਨਹੀਂ ਗੋਲੀਆਂ ਮਾਰੀਆਂ। ਕਹਿਣ ਦਾ ਭਾਵ ਮੇਰਾ ਇਹ ਹੈਗਾ ਕਿ ਇੱਥੇ ਜੇ ਪੰਜਾਬ ਦੇ ਫਿਊਚਰ ਨੂੰ ਮੁੱਖ ਰੱਖ ਕੇ ਅਸੀਂ ਰੈਕਨਸੀਲੀਏਸ਼ਨ ਲਈ ਇੱਕ ਚੀਜ਼ ਡੈਮੋਨਸਟ੍ਰੇਟ ਕਰ ਸਕਦੇ ਹਾਂ, ਸਾਡੇ ਕੋਲ ਇੱਕ 75 ਈਅਰ ਓਪਰਚੁਨਿਟੀ ਆਈ ਹੋਈ ਹੈ। ਹੁਣ ਮੈਂ ਅਖੀਰ ਵੱਲ ਆਵਾਂ। ਦੇਖੋ, ਗੁਰਬਾਣੀ ਦੇ ਆਧਾਰ 'ਤੇ ਮੈਂ ਐਂਡ ਗੱਲ ਕਰਾਂਗਾ। ਮੇਰੀ ਅਪੋਲੋਜੀਜ਼ ਜੇ ਤੁਸੀਂ ਮੇਰੇ ਕੋਲੋਂ ਲੱਭ ਰਹੇ ਸੀ ਨਾ ਕਿ ਮੈਂ ਕਿਸੇ ਇੱਕ ਨੂੰ ਇਹਦਾ ਜ਼ਿੰਮੇਵਾਰ ਠਹਿਰਾਵਾਂ, ਉਹ ਤਾਂ ਮੇਰਾ ਰੋਲ ਹੈ ਨਹੀਂ। ਮੈਂ ਆਪਣੀ ਅਸੰਪਸ਼ਨ 'ਚ ਕਹਿਤਾ। ਮੈਂ ਤਾਂ ਇਹ ਦੇਖ ਰਿਹਾ ਕਿ ਜਿਹੜਾ ਇੱਕ ਕੰਪਲੈਕਸ ਫਰੀ ਪੰਜਾਬ ਦਾ ਜਵਾਨ ਆ, ਭਾਵੇਂ ਉਹ ਵੂਮੈਨ ਹੈ, ਭਾਵੇਂ ਮੈਨ ਆ, ਪੰਜਾਬ ਦਾ ਉਹ ਲੈਫਟ ਦਾ ਹੈਗਾ ਜਾਂ ਸਿੱਖ ਦਾ ਹੈਗਾ ਜਾਂ ਕਿਸੇ ਹੋਰ ਦਾ, ਇੱਥੇ ਕਿਉਂਕਿ ਲੈਫਟ ਤੇ ਸਿੱਖ ਦੀ ਗੱਲ ਕਰ ਰਹੇ ਸੀ, ਉਹਦੀ ਝਲਕੀਆਂ ਲੈਣ ਦੀ ਕੋਸ਼ਿਸ਼ ਕਿ ਉਹਦੀ ਵੈਸਟਨੈਸ ਵੱਲ ਜਾਈਏ, ਉਹਦੇ ਚੌੜੇਪਨ ਵੱਲ ਜਾਈਏ। ਉਸ ਚੌੜੇਪਨ ਦੇ ਵਿੱਚ ਇੱਕ ਲਾਈਨ ਨੂੰ ਹੋਰ ਕੋਟ ਕਰ ਲੈਂਦੇ ਹਾਂ ਸਿੱਖ ਨਜ਼ਰੀਏ ਤੋਂ ਕਿ ਤੁਹਾਡੇ ਲੈਫਟ 'ਤੇ ਕੀ ਹੈ ਤੇ ਤੁਹਾਡੀ ਰਾਈਟ 'ਤੇ ਕੀ ਹੈ, ਇਹ ਨਾ ਦੇਖੋ। ਬਿਕੋਜ਼ ਆਮ ਸਟੈਂਡਿੰਗ ਇਨ ਫਰੰਟ ਆਫ ਯੂ ਰਾਈਟ ਨਾਓ, ਯੋਰ ਲੈਫਟ ਇਜ਼ ਮਾਈ ਰਾਈਟ ਐਂਡ ਮਾਈ ਰਾਈਟ ਇਜ਼ ਯੋਰ ਲੈਫਟ। ਤੁਹਾਡੀ ਪੋਜੀਸ਼ਨਿੰਗ 'ਤੇ ਡਿਪੈਂਡ ਕਰਦਾ ਹੈ ਸਾਰਾ ਕੁਝ। ਸਾਡੀ ਪੋਜੀਸ਼ਨਿੰਗ ਹੀ ਨਹੀਂ ਸਾਨੂੰ ਪਤਾ, ਅਸੀਂ ਇੱਕ ਫਰੇਜ਼ ਨੂੰ ਫੜ ਕੇ ਉਹਦਾ ਕੁਝ ਹੋਰ ਬਣਾਈ ਜਾ ਰਹੇ ਹਾਂ। ਸਾਰੀ ਸਿੱਖ ਪੋਲਿਟਿਕਸ ਇੱਕ ਪੱਖੋਂ ਤੁਹਾਨੂੰ ਲੈਫਟ ਹੀ ਲੱਗੂਗੀ ਕਿਉਂਕਿ ਅਸੀਂ ਲੜੇ ਸਟੇਟ ਦੇ ਨਾਲ ਆ ਤੇ ਰਿਲੀਜੀਅਸ ਲੀਡਰਸ ਦੇ ਨਾਲ। ਸਾਰੀ ਸਿੱਖ ਸਟੋਰੀ ਇਹ ਹੈ। ਹੁਣ ਇਹਨੂੰ ਤੁਸੀਂ ਕਿਹੜੇ ਖਾਨੇ 'ਚ ਪਾਓਗੇ? ਫਰੋਮ ਡੇ 1 ਸਾਰੀ ਲੜਾਈ ਰਿਲੀਜੀਅਸ ਤੇ ਪੋਲੀਟੀਕਲ ਲੀਡਰਸ ਦੇ ਖਿਲਾਫ ਆ ਕਿਉਂਕਿ ਉਹ ਨਹੀਂ ਐਸਟੈਬਲਿਸ਼ ਕਰਨਾ ਚਾਹੁੰਦੇ ਐਗੈਲੀਟੇਰੀਅਨ ਸੁਸਾਇਟੀ। ਸੋ ਗੁਰਬਾਣੀ ਦੀ ਜੇ ਇੱਕ ਲਾਈਨ ਨੂੰ ਇੰਟਰਪ੍ਰੀਟੇਸ਼ਨ 'ਤੇ ਲੈਣਾ ਹੋਵੇ ਗੱਲ ਖਤਮ ਕਰਨ ਲਈ, ਤਜ ਬਾਵੇ ਦਾਹਨੇ ਬਿਕਾਰਾ ਹਰ ਪਰਦ ਦ੍ਰਿੜ ਕਰ ਰਹੀ ਹੈ। ਲੈਫਟ ਤੇ ਰਾਈਟ ਐਕਚੁਅਲ ਲੈਫਟ ਵਰਡ ਯੂਜ਼ ਹੋ ਗਏ ਨੇ ਇਹਦੇ 'ਚ। ਸੋ ਕਹਿੰਦੇ ਇਹਨਾਂ ਨੂੰ ਤਾਂ ਹੁਣ ਛੱਡ ਦਿਓ, ਲੇਬਲਸ ਨੂੰ ਛੱਡ ਦਿਓ। ਇਹਦਾ ਮਤਲਬ ਇਹ ਬਣਿਆ ਜੇ ਲੇਬਲ ਨੂੰ ਛੱਡ ਦੋਗੇ ਤਾਂ ਤੁਸੀਂ ਹਰ ਉਹ ਫੋਰਸ ਜਿਹੜਾ ਫੀਅਰ ਐਲੀਮੀਨੇਸ਼ਨ ਜਿਹੜਾ ਸਾਨੂੰ ਡਰਾ ਰਿਹਾ, ਫਿਰ ਉਹਦੇ 'ਚੋਂ ਬਾਹਰ ਆ ਕੇ ਅਸੀਂ ਫਿਰ ਹਰ ਨੂੰ ਪ੍ਰਾਪਤ ਕਰ ਸਕਦੇ ਹਾਂ। ਮਤਲਬ ਉਹ ਜਿਹੜਾ ਇੱਕ ਓਂਕਾਰ ਦੀ ਪੈਰਾਡਾਈਮ ਆ ਉਹਨੂੰ ਜੀ ਸਕਦੇ ਹਾਂ। ਜਿਹੜਾ ਉਹਦੇ ਲੇਬਲਸ ਵਿੱਚ ਫਸਿਆ ਰਹੂਗਾ ਨਾ ਤਾਂ ਉਹ ਆਪਣੇ ਲਈ ਉਹ ਕਲੀਅਰ ਕਰ ਪਾਊ, ਦੁਬਿਧਾ ਵਿੱਚ ਬਣਿਆ ਰਹੂ ਜਿਵੇਂ ਪਹਿਲੇ ਵਾਲੀ ਲਾਈਨ 'ਚ ਆਇਆ ਸੀ, ਨਾ ਉਹ ਆਪਣੀ ਦਾਇਰੇ ਦੇ, ਆਪਣੇ ਸੰਗਠਨ ਦੇ, ਆਪਣੇ ਅਦਾਰੇ ਵਿੱਚ ਉਹ ਕਲੀਅਰ ਕਰ ਪਾਊ। ਤੇ ਫਿਰ ਪੰਜਾਬ ਦੇ ਲੈਵਲ 'ਤੇ ਕਲੀਅਰ ਕਰਨਾ ਤਾਂ ਫਿਰ ਮੁਮਕਿਨ ਹੈ ਹੀ ਨਹੀਂ ਨਾ। ਜਿਹੜਾ ਆਪਣੇ ਲਈ ਤੇ ਆਪਣੇ ਦਾਇਰੇ ਲਈ ਪਹਿਲਾਂ ਕਰੂ ਉਹ ਇਹ ਕੰਮ ਕਰ ਸਕਣਗੇ। ਇੰਨੀਆਂ ਕੁਝ ਬੇਨਤੀਆਂ ਸੀ ਕਿ ਪੋਜ਼ੀਟਿਵਿਟੀ ਵਾਲੀਆਂ ਗੱਲਾਂ ਕਰੋ ਪਬਲਿਕਲੀ, ਜਿਹੜਾ ਵਿਸ਼ਲੇਸ਼ਣ ਕਰਨਾ ਤੇ ਸਮਝਣਾ ਤੇ ਵਿਜੀਲੈਂਟ ਲੈਣਾ ਉਹ ਪ੍ਰਾਈਵੇਟ ਅਦਾਰਿਆਂ 'ਚ ਗੱਲ ਕਰੋ, ਫਿਰ ਲੋਕਾਂ ਨੂੰ ਪ੍ਰੋਗਰਾਮ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।